ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅੱਜ 3rd ਚੈਪਟਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਇੰਗਲਿਸ਼ ਦੀ ਬੁੱਕ ਦਾ ਤੇ ਨਾਂ ਹੈ ਚੈਪਟਰ ਦਾ ਇਨ ਦ ਫਲੱਡ ਯਾਨੀ ਕਿ ਹੜ੍ਹ ਦੇ ਵਿੱਚ ਕੀ ਸਥਿਤੀ ਬਣੀ ਕੀ ਕਹਾਣੀ ਹੋਈ ਉਹ ਅੱਜ ਆਪਾਂ ਪੜਾਂਗੇ ਤੇ ਇਸ ਚੈਪਟਰ ਨੂੰ ਲਿਖਿਆ ਹੈ ਥਕਾਜ਼ੀ ਸਿਵਾ ਸੰਕਰਾ ਪਿਲਈ। ਚਲੋ ਪੜ੍ਹਦੇ ਹਾਂ ਕੀ ਹੈਗਾ ਇਸ ਚੈਪਟਰ ਦੇ ਵਿੱਚ। देयर वर हैवी रेन्स, बहुत ज़्यादा बारिश पै रही सी, मीह पै रहा सी। द विलेज वॉज फ्लडेड, ते पिंड दे विच हड़ आ गया सी। चेना पराया लैफ्ट द विलेज अलोंग विद हिज फैमिली, ते चेना पराया अपने परिवार समेत पिंड छड्ड के चला गया सी। हिज डॉग वॉज लैफ्ट बिहाइंड, ते पिछे उहदा कुत्ता रह गया सी हड़ दे विच। वॉज द डॉग सेफ, कि वह कुत्ता सुरक्षित सी। वॉट हैपन टू हिम, तो उसनों अखीरकार की होया कि वह बच गया या खत्म हो गया। आ देखो हड़ आया होया आ रहा कुत्ता। ठीक है, चलो शुरू करते हैं चैप्टर नू। द टैंपल वॉज द हाईएस्ट पॉइंट इन द विलेज, ते पिंड दे विच जिहड़ा मंदिर सी वो पिंड दा सब तो उच्चा स्थान सी। बट इट वॉज नेक डीप इन वाटर 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 एवरीवेयर, पर ਉਹ ਹਰ ਪਾਸੇ ਪਾਣੀ ਹੋਣ ਕਰਕੇ ਪਾਣੀ ਉਸਦੇ ਉੱਤੇ ਤੱਕ ਪਹੁੰਚ ਗਿਆ ਸੀ, ਮਤਲਬ ਉਹ ਪਾਣੀ ਦੇ ਵਿੱਚ ਧਸਿਆ ਹੋਇਆ ਸੀ ਕਾਫੀ ਹੱਦ ਤੱਕ। ਦ ਵਿਲੇਜਰਸ ਹੈਡ ਆਲ ਲੈਫਟ ਫॉर ਡਰਾਈ ਲੈਂਡ, ਤੇ ਜਿੰਨੇ ਵੀ ਪਿੰਡ ਵਾਲੇ ਸੀ ਉਹ ਸਾਰੇ ਉਸ ਥਾਂ ਨੂੰ ਛੱਡ ਕੇ ਇੱਕ ਸੁੱਕੀ ਜ਼ਮੀਨ ਲੱਭਣ ਲਈ ਤੁਰ ਪਏ ਸੀ। There were 67 children huddled up in one room in the attic of the temple, ਤੇ ਇੱਥੇ ਦੱਸਿਆ ਗਿਆ ਵੀ ਮੰਦਿਰ ਦੇ ਚੁਬਾਰੇ, ਐਟਿਕ ਹੁੰਦਾ ਚੁਬਾਰਾ, ਤੇ ਮੰਦਿਰ ਦੇ ਚੁਬਾਰੇ ਵਿੱਚ ਇੱਕ ਕਮਰੇ ਦੇ ਵਿੱਚ 67 ਜਿਹੜੇ ਬੱਚੇ ਸੀ ਉਹ ਇਕੱਠੇ ਹੋਏ ਸੀ ਤੇ ਉਹ ਇੱਕੋ ਕਮਰੇ ਦੇ ਵਿੱਚ ਰਹਿ ਰਹੇ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਇੱਥੇ ਵਰਡ ਦਿੱਤਾ ਹੋਇਆ ਹੈ ਹਡਲਡ, ਉਹਦਾ ਕੀ ਮਤਲਬ ਹੈ? ਕਿਉਂਕਿ ਕਮਰਾ ਛੋਟਾ ਸੀ ਤਾਂ ਇਸੇ ਕਰਕੇ ਉਹ ਇੱਕ ਦੂਜੇ ਕੋਲ ਇਕੱਠੇ ਹੋ ਕੇ ਉਸ ਕਮਰੇ ਦੇ ਵਿੱਚ ਐਡਜਸਟ ਹੋਏ ਸੀ। ਤਾਂ ਹਡਲ ਦਾ ਮਤਲਬ ਇੱਕ ਦੂਜੇ ਦੇ ਨੇੜੇ ਆ ਜਾਣਾ, ਇੱਕ ਦੂਜੇ ਦੇ ਕੋਲ ਆ ਜਾਣਾ। There were also 367 men and women, ਤੇ ਇਸ ਤੋਂ ਇਲਾਵਾ ਇਹ ਜਿਹੜੇ ਬੱਚੇ ਸੀ ਉਸ ਤੋਂ ਇਲਾਵਾ ਉੱਥੇ 67 men ਤੇ women ਸੀ, ਮਰਦ ਤੇ ਔਰਤਾਂ ਸੀ। ਕੁਝ ਕੁੱਤੇ ਸੀ ਐਜ਼ ਵੈਲ ਐਜ਼ ਡੌਗਸ, ਗੋਟਸ ਐਂਡ ਫਾਊਲਸ। ਹੁਣ ਇਹ ਕੀ ਹੁੰਦਾ? ਫਾਊਲ ਹੁੰਦਾ ਜਿਵੇਂ ਛੋਟੀ ਛੋਟੀ ਮੁਰਗੀਆਂ ਨਹੀਂ ਹੁੰਦੀਆਂ, ਉਹ ਸਾਰੇ ਉੱਥੇ ਰਹਿ ਰਹੇ ਸੀ। ਆਲ ਲਿਵਿੰਗ ਟੂਗੇਦਰ, ਸਾਰੇ ਉੱਥੇ ਇਕੱਠੇ ਰਹਿ ਰਹੇ ਸੀ। ਨੋ ਕੁਅਰਲਸ, ਕਿਉਂਕਿ ਪਤਾ ਸੀ ਵੀ ਜਿਹੜਾ ਸਮਾਂ ਹੈ ਉਹ ਠੀਕ ਨਹੀਂ ਹੈ, ਇਸੇ ਕਰਕੇ ਆਪਸ ਦੇ ਵਿੱਚ ਉਹ ਲੋਕ ਲੜ ਵੀ ਨਹੀਂ ਰਹੇ ਸੀ। ਹੁਣ ਤੁਸੀਂ ਯਾਦ ਰੱਖਿਓ ਵੀ ਫਾਊਲਸ ਕੀ ਹੁੰਦਾ ਹੈ? ਇੱਕ ਕਿਸਮ ਦੀ ਬਰਡ ਹੁੰਦੀ ਹੈ, ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਮੁਰਗੀਆਂ, ਜਿਹੜੀ ਖੇਤਾਂ ਵਿੱਚ ਰੱਖੀਆਂ ਜਾਂਦੀਆਂ ਨੇ। ਫॉर 2 nights and a day ਚੇਨਾ ਪਰਾਇਆ had been braving the flood alone, ਇੱਥੇ ਦੱਸਿਆ ਗਿਆ ਵੀ 2 ਰਾਤਾਂ ਤੇ 1 ਦਿਨ ਲਈ ਚੇਨਾ ਪਰਾਇਆ ਕੱਲਾ ਹੀ ਹੜ੍ਹਾਂ ਦੇ ਵਿੱਚ ਜੂਝ ਰਿਹਾ ਸੀ। ਹੀ ਹੈਡ ਨੋ ਬੋਟ, ਉਸਦੇ ਕੋਲ ਕੋਈ ਵੀ ਕਿਸ਼ਤੀ ਨਹੀਂ ਸੀ। ਇਟ ਵॉज ਨਾਓ 3 days since his landlord left, ਤੇ ਹੁਣ ਉਸਦੇ ਜਿਹੜੇ ਲੈਂਡਲॉर्ड ਸੀ, ਮਕਾਨ ਦਾ ਜਿਹੜਾ ਮਾਲਕ ਸੀ, ਉਹਨੂੰ ਗਏ ਹੋਏ ਵੀ 3 ਦਿਨ ਹੋ ਗਏ ਸੀ। ਤੇ ਲੈਂਡਲॉर्ड ਹੁੰਦਾ ਹੈ ਜਿਹੜਾ ਮਕਾਨ ਦਾ ਮਾਲਕ ਹੁੰਦਾ ਹੈ, ਤੇ ਇੱਥੇ ਬਰੇਵਿੰਗ ਦਾ ਮਤਲਬ ਹੋ ਗਿਆ ਵੀ ਉਹ ਹਿੰਮਤ ਦੇ ਨਾਲ ਉਸਨੂੰ ਜੂਝ ਰਿਹਾ ਸੀ, ਉਸਦਾ ਸਾਹਮਣਾ ਕਰ ਰਿਹਾ ਸੀ। Chena Paraya had made a raised platform in the hut with coconut husks and poles, ਤੇ ਚੇਨਾ ਪਰਾਇਆ ਨੇ ਜਿਹੜੀ ਝੌਂਪੜੀ ਸੀ ਉਸਦੇ ਉੱਤੇ ਜਾ ਕੇ ਇੱਕ ਪਲੇਟਫਾਰਮ ਜਿਹਾ ਤਿਆਰ ਕੀਤਾ ਹੋਇਆ ਸੀ। ਕਿਸ ਦੇ ਨਾਲ ਤਿਆਰ ਕੀਤਾ ਸੀ? ਕੋਕੋਨਟ ਜੀ ਜਿਹੜੀ ਹਸਕ ਹੁੰਦੀ ਹੈ, ਜਿਹੜਾ ਛਿਲਕਾ ਹੁੰਦਾ ਹੈ, ਉਹਦੇ ਨਾਲ ਤੇ ਕੁਝ ਡੰਡਿਆਂ ਨਾਲ, ਜਿਹਨੂੰ ਆਪਾਂ ਪੋਲਸ ਕਹਿ ਸਕਦੇ ਹਾਂ। He stayed inside the hut for 2 days hoping that the water would recede यानी ਪਿੱਛੇ ਹੋ ਜਾਣਾ, ਘੱਟ ਹੋ ਜਾਣਾ। ਤੇ ਉਹ ਉਸ ਹੱਟ ਦੇ ਵਿੱਚ ਰਿਹਾ ਇਹ ਸੋਚਦਾ ਹੋਇਆ 2 ਦਿਨ ਤੱਕ ਵੀ ਸ਼ਾਇਦ ਪਾਣੀ ਦਾ ਜਿਹੜਾ ਲੈਵਲ ਹੈ ਉਹ ਆਪਣੇ ਆਪ ਪਿੱਛੇ ਨੂੰ ਘਟਣਾ ਸ਼ੁਰੂ ਹੋ ਜਾਏ। ਪਰ ਉਹ ਚੌਂਪੜੀ ਦੇ ਅੰਦਰ ਹੀ ਸੀ, ਇਸ ਉਮੀਦ ਦੇ ਵਿੱਚ ਬੈਠਾ ਹੋਇਆ ਸੀ ਕਿ ਪਾਣੀ ਘਟ ਜਾਏਗਾ। ਹਾਊ ਕੁਡ ਹੀ ਲੀਵ ਦ ਪਲੇਸ ਸੋ ਸੂਨ, ਉਹ ਇੰਨੀ ਛੇਤੀ ਇਸ ਥਾਂ ਨੂੰ ਕਿਵੇਂ ਛੱਡ ਸਕਦਾ ਸੀ?
In the plot, there were a few trees of banana and a haystack. ਉਸ ਝੌਂਪੜੀ ਦੇ ਵਿੱਚ ਕੁਝ ਸਮਾਨ ਪਿਆ ਸੀ। ਉਹ ਸਮਾਨ ਕੀ ਸੀ? ਇੱਕ ਤਾਂ ਉੱਥੇ ਕੁਝ ਪੇੜ ਲੱਗੇ ਹੋਏ ਸੀ ਕੇਲੇ ਦੇ, ਤੇ ਨਾਲ ਹੀ ਉੱਥੇ ਹੇਸਟੈਕ ਪਿਆ ਸੀ। ਹੁਣ ਹੇਸਟੈਕ ਕੀ ਹੁੰਦਾ? ਜਿਵੇਂ ਘਾਹ ਫੂਸ ਨਹੀਂ ਹੁੰਦਾ, ਇਕੱਠਾ ਕਰਕੇ ਰੱਖਿਆ ਹੁੰਦਾ, ਬੋਰੀ ਜੀ ਬੰਨ ਕੇ ਉਹਦੀ ਬਣਾ ਕੇ ਇਕੱਠਾ ਕਰਕੇ ਕਾਫੂ, ਉਹਨੂੰ ਆਪਾਂ ਕਹੀਦਾ ਹੇਸਟੈਕ। ਤੇ ਉੱਥੇ ਹੇਸਟੈਕ ਪਿਆ ਸੀ। ਐਂਡ ਲੀਵਿੰਗ ਦ ਪਲੇਸ ਵੁੱਡ ਸਰਟਨਲੀ ਮੀਨ ਲੀਵਿੰਗ them ਐਟ ਦ ਮਰਸੀ ਆਫ ਥੀਵਸ। ਤੇ ਇੱਥੇ ਉਹ ਕਹਿੰਦਾ ਹੈ ਵੀ ਜੇ ਮੈਂ ਉਹ ਥਾਂ ਛੱਡ ਦਿੱਤੀ ਤਾਂ ਪੱਕਾ ਇਹ ਗੱਲ ਹੋ ਜੂਗੀ ਵੀ ਇੱਥੇ ਚੋਰ ਆਣਗੇ ਤੇ ਉਹ ਇਹ ਸਾਰਾ ਦਾ ਸਾਰਾ ਜਿਹੜਾ ਜ਼ਰੂਰੀ ਸਮਾਨ ਹੈ ਉਹ ਸਾਰਾ ਦਾ ਸਾਰਾ ਲੈ ਜਾਣਗੇ, ਕੁਝ ਵੀ ਛੱਡਣਗੇ ਨਹੀਂ। ਹੁਣ ਤੁਸੀਂ ਸੋਚ ਰਹੇ ਹੋਗੇ ਇੱਥੇ ਮਰਸੀ ਦਾ ਮਤਲਬ ਕੀ ਹੁੰਦਾ ਹੈ? ਮਰਸੀ ਦਾ ਮਤਲਬ ਹੁੰਦਾ ਵੀ ਜਿਹੜੇ ਚੋਰ ਹੈਗੇ ਉਹਨਾਂ ਦੀ ਦਇਆ ਤੇ ਛੱਡ ਕੇ ਜਾਓਗੇ, ਵੀ ਜਿੰਨਾ ਉਹਨਾਂ ਦਾ ਚਿੱਤ ਕਰੇ ਉਹਨਾਂ ਲੈ ਜਾਣ, ਤੇ ਜੇ ਨਾ ਚਿੱਤ ਕਰੇ ਤਾਂ ਉਹ ਛੱਡ ਜਾਣ। Now the water had risen above the platform. ਹੁਣ ਚੇਨਾ ਭਰਾਇਆ ਨੇ ਜਿਹੜਾ ਹੱਟ ਦੇ ਉੱਤੇ ਆਪਣਾ ਪਲੈਟਫਾਰਮ ਬਣਾਇਆ ਸੀ, ਆਪਣੀ ਥਾਂ ਬਣਾਈ ਸੀ, ਤੇ ਹੁਣ ਜਿਹੜਾ ਪਾਣੀ ਸੀ ਉਹ ਪਲੈਟਫਾਰਮ ਦੇ ਉੱਤੇ ਵੱਲ ਨੂੰ ਆਣਾ ਸ਼ੁਰੂ ਹੋ ਗਿਆ ਸੀ, ਯਾਨੀ ਕਿ ਵੱਧ ਰਿਹਾ ਸੀ ਪਾਣੀ ਦਾ ਲੈਵਲ। It had sunk a part of the hut too. ਤੇ ਜਿਹੜੀ ਹੱਟ ਹੈਗੀ ਇਹਦਾ ਕੁਝ ਹਿੱਸਾ ਤਾਂ ਪਾਣੀ ਦੇ ਵਿੱਚ ਡੁੱਬ ਰਿਹਾ ਸੀ। ਚੇਨਾ ਕਾਲਡ ਆਊਟ ਫਰੋਮ ਇਨਸਾਈਡ। ਤੇ ਚੇਨਾ ਨੇ ਅੰਦਰੋਂ ਆਵਾਜ਼ਾਂ ਮਾਰੀਆਂ ਸ਼ੁਰੂ ਕੀਤੀਆਂ ਵੀ ਕੋਈ ਮਦਦ ਕਰ ਦਿਓ ਵੀ ਆਪਾਂ ਇੱਥੇ ਬੈਠੇ ਆ ਪਲੈਟਫਾਰਮ ਤੇ ਆਪਾਂ ਡੁੱਬ ਜਾਾਂਗੇ। ਬਟ ਹੂ ਵਾਜ਼ ਦੇਅਰ ਟੂ ਲਿਸਨ ਟੂ ਹਿਮ। ਪਰ ਉਸ ਦੀ ਗੱਲ ਸੁਣਨ ਵਾਲਾ ਇੱਥੇ ਕੌਣ ਸੀ? ਕੋਈ ਵੀ ਨਹੀਂ ਸੀ। ਹਿਜ਼ ਵੂਮਨ ਹੂ ਵਾਜ਼ ਪ੍ਰੈਗਨੈਂਟ, 4 kids, a cat and a dog were the only ones left there. ਹੁਣ ਇੱਥੇ ਕੌਣ ਸੀ ਇੱਥੇ ਪਲੈਟਫਾਰਮ ਤੇ? ਉਸ ਦੀ ਬੀਵੀ ਜੋ ਕਿ ਗਰਭਵਤੀ ਸੀ, ਪ੍ਰੈਗਨੈਂਟ ਸੀ, ਉਹਦੇ 4 ਬੱਚੇ, ਇੱਕ ਬਿੱਲੀ ਸੀ, ਇੱਕ ਕੁੱਤਾ ਸੀ, ਜੋ ਇਕੱਲੇ ਇੱਥੇ ਰਹਿ ਗਏ ਸੀ। ਇਹ ਸਾਰੇ ਰਹਿ ਗਏ ਸੀ। ਹੁਣ ਕੀ ਹੁੰਦਾ? ਐਂਡ ਹੀ ਨਿਊ ਹਿਜ਼ ਐਂਡ ਦੇਅਰ ਐਂਡ ਵਾਜ਼ ਨੀਅਰ। ਤੇ ਉਸਨੂੰ ਇਹ ਲੱਗ ਰਿਹਾ ਸੀ, ਥੋੜਾ ਮਹਿਸੂਸ ਹੋ ਰਿਹਾ ਸੀ ਵੀ ਉਸਦਾ ਤੇ ਇਹਨਾਂ ਸਾਰਿਆਂ ਦਾ ਅੰਤ ਹੁਣ ਨੇੜੇ ਹੀ ਹੈ। ਕਿਉਂ ਲੱਗ ਰਿਹਾ ਸੀ ਇੱਦਾਂ? as it would not take longer than a few hours for the whole hut to be submerged in water. ਉਸਨੂੰ ਇੱਦਾਂ ਇਸ ਲਈ ਲੱਗ ਰਿਹਾ ਸੀ ਕਿਉਂਕਿ ਸਾਰੀ ਝੌਂਪੜੀ ਨੂੰ ਪਾਣੀ ਵਿੱਚ ਡੁੱਬਣ ਵਿੱਚ ਕੁਝ ਘੰਟਿਆਂ ਤੋਂ ਵੱਧ ਸਮਾਂ ਨਹੀਂ ਲੱਗਣਾ ਸੀ। It had been raining heavily and continuously for 3 days. ਕਿਉਂ ਉਹਨੂੰ ਇੱਦਾਂ ਲੱਗ ਰਿਹਾ ਸੀ? ਕਿਉਂਕਿ 3 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਸੀ, ਤੇ ਲਗਾਤਾਰ ਪੈ ਰਿਹਾ ਸੀ। ਕੰਟੀਨਿਊਸ ਦਾ ਮਤਲਬ ਲਗਾਤਾਰ, ਹੈਵੀਲੀ ਦਾ ਮਤਲਬ ਬਹੁਤ ਜ਼ੋਰ ਸ਼ੋਰ ਨਾਲ ਪੈ ਰਿਹਾ ਸੀ। ਚੇਨਾ ਕੇਮ ਆਊਟ ਆਫ ਦ ਹਟ ਬਾਈ ਬ੍ਰੇਕਿੰਗ ਓਪਨ 1 row of the thatched roof and looked around. ਹੁਣ ਜਿਹੜੀ ਛੱਤ ਹੁੰਦੀ ਹੈ ਉਹਦੀ ਆ ਇੱਕ ਜਿਹੜੀ ਰੋ ਹੁੰਦੀ ਹੈ ਉਹਦੇ ਵਿੱਚੋਂ ਸਿਰਜਿਆ ਕੱਢ ਕੇ ਚੇਨਾ ਜਿਹੜਾ ਹੈਗਾ ਉਹ ਬਾਹਰ ਵੱਲ ਨੂੰ ਆਇਆ। ਹੁਣ ਥੈਚਡ ਰੂਫ ਦਾ ਕੀ ਮਤਲਬ ਹੁੰਦਾ ਹੈ? ਜਿਹੜੇ ਸੁੱਕੇ ਘਾਹ ਤੋਂ ਬਣੀ ਹੋਈ ਛੱਤ ਹੁੰਦੀ ਹੈ, ਜਿਵੇਂ ਪਿੰਡਾਂ ਵਿੱਚ ਆਪਾਂ ਦੇਖਦੇ ਹਾਂ, ਤਾਂ ਉਹਨੂੰ ਆਪਾਂ ਕਹੀਦਾ ਥੈਚਡ ਰੂਫ। ਤੇ ਉਹਨੇ ਆਪਣਾ ਸਰਜਿਆ ਕੱਢਿਆ ਇਹਦੇ ਤੋਂ ਤੇ ਇੱਥੋਂ ਬਾਹਰ ਆਇਆ ਤੇ ਆਲੇ ਦੁਆਲੇ ਉਹਨੇ ਦੇਖਣਾ ਸ਼ੁਰੂ ਕਰਤਾ। ਐਟ ਸਮ ਡਿਸਟੈਂਸ ਦੇਅਰ ਵਾਜ਼ ਅ ਕੈਟਾਮਰਾਨ। ਤੇ ਕੁਛ ਦੂਰੀ ਤੇ ਉਹਨੂੰ ਦਿਖਾਈ ਦਿੱਤੀ ਇੱਕ ਜਿਹੜੀ ਬਹੁਤ ਜ਼ਿਆਦਾ ਤੇਜ਼ ਚੱਲਣ ਵਾਲੀ ਬੋਟ ਹੁੰਦੀ ਹੈ ਨਾ, ਆਪਣੇ ਆਪ ਮੋਟਰ ਰਾਹੀਂ ਚੱਲਦੀ ਹੈ, ਉਹਨੂੰ ਦਿਖਾਈ ਦਿੱਤੀ ਵੀ ਉਹ ਤੇਜ਼ ਚੱਲਦੀ ਹੋਈ ਬੋਟ ਆ ਰਹੀ ਹੈ। ਚੇਨਾ ਕ੍ਰਾਈਡ ਅਲਾਊਡ ਟੂ ਦ ਬੋਟਮੈਨ। ਤੇ ਜਿਹੜੇ ਬੋਟਮੈਨ ਸੀ, ਜਿਹੜੇ ਕੈਟਾਮਰਾਨ ਦੇ ਵਿੱਚ ਬੈਠੇ ਹੋਏ ਸੀ, ਚੇਨਾ ਨੇ ਇਹਨਾਂ ਨੂੰ ਜ਼ੋਰ ਕੇ ਆਵਾਜ਼ ਮਾਰੀ। ਲਕੀਲੀ ਦੇ ਹਰਡ ਹਿਮ ਐਂਡ ਕੇਮ ਟੂ ਹੈਲਪ। ਤੇ ਖੁਸ਼ਕਿਸਮਤੀ ਇਹ ਹੋਈ ਵੀ ਉਹਨਾਂ ਨੇ ਇਸ ਦੀ ਆਵਾਜ਼ ਸੁਣ ਲਈ ਤੇ ਇਹਦੀ ਚੇਨਾ ਦੀ ਮਦਦ ਕਰਨ ਲਈ ਉਹ ਉਧਰ ਵੱਲ ਨੂੰ ਆ ਗਏ। He quickly pulled out his women and kids as well as the cat and the dog through the crack of the wall. ਹੁਣ ਕੀ ਹੋਇਆ? ਇਹ ਜਿਵੇਂ ਹੱਟ ਸੀ ਮੰਨ ਲਓ, ਤਾਂ ਇੱਥੇ ਦੀਵਾਰ ਦੇ ਵਿੱਚ ਛੋਟਾ ਜਿਹਾ ਕ੍ਰੈਕ ਸੀ। ਉਹਨੇ ਕੀ ਕੀਤਾ? ਜਦ ਕੈਟਾਮਰਾਨ ਇੱਧਰ ਨੂੰ ਆ ਗਈ ਤਾਂ ਆਪਣੀ ਬੀਵੀ, ਬੱਚੇ, ਬਿੱਲੀ, ਕੁੱਤਾ ਸਾਰਿਆਂ ਨੂੰ ਉਹ ਜਿਹੜਾ ਕ੍ਰੈਕ ਸੀ ਨਾ ਉਹਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। The kids were getting on to the catamaran. ਤੇ ਜਿਹੜੇ ਬੱਚੇ ਸੀ ਉਹ ਅਜੇ ਕੈਟਾਮਰਾਨ ਤੇ ਚੜ ਰਹੇ ਸੀ। ਛੀ ਛੁ ਪ ਛ ਇਹੋ ਜਿਹੀ ਆਵਾਜ਼ ਆਈ, ਛਨ ਛਾ ਪੁ। ਚੇਨਾ heard someone shouting from the west. ਤੇ ਚੇਨਾ ਨੂੰ
ਪੱਛਮ ਦੇ ਪਾਸਿਓਂ ਆਵਾਜ਼ ਆਈ, ਜਿਵੇਂ ਕੋਈ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੀ ਟਰਨਡ ਅਰਾਊਂਡ, ਤੇ ਉਹ ਮੁੜਿਆ। ਕਮ ਔਨ ਹੇਅਰ, ਤੇ ਆਵਾਜ਼ ਆਈ, ਛੇਤੀ ਇੱਥੇ ਆਓ। ਇਟ ਵਾਜ਼ ਮਡੀ ਯਾਥਾਰਾ ਕੁਨ ਹੱਪਾ। ਤੇ ਉੱਧਰਲੇ ਪਾਸੇ ਜਿਹੜਾ ਬੰਦਾ ਸੀ, ਜਦੋਂ ਉਹਨੇ ਪਿੱਛੇ ਵੱਲ ਨੂੰ ਦੇਖਿਆ ਤੇ ਉੱਥੇ ਮਦਦ ਲਈ ਇੱਕ ਬੰਦਾ ਆਵਾਜ਼ਾਂ ਮਾਰ ਰਿਹਾ ਸੀ। ਉਹਦਾ ਨਾਂ ਕੀ ਸੀ? ਉਹਦਾ ਨਾਂ ਸੀ ਮਡੀ ਯਾਥਾਰਾ ਕੁਨ ਹੱਪਾ, ਕਾਲਿੰਗ ਫਰੋਮ ਹਿਜ਼ ਰੂਫਟੌਪ। ਉਹ ਵੀ ਆਪਣੀ ਛੱਤ ਤੇ ਚੜ੍ਹਿਆ ਹੋਇਆ ਸੀ ਤੇ ਉੱਥੋਂ ਮਦਦ ਲਈ ਆਵਾਜ਼ਾਂ ਮਾਰ ਰਿਹਾ ਸੀ। ਚੇਨਾਜ਼ ਵਾਈਫ ਆਲਸੋ ਗੋਟ ਔਨ ਟੂ ਦ ਕੈਟਾਮਰਾਨ, ਤੇ ਹੁਣ ਚੇਨਾ ਦੀ ਜਿਹੜੀ ਬੱਚੇ ਸੀ ਉਹ ਤਾਂ ਚੜ੍ਹ ਗਏ ਸੀ, ਹੁਣ ਆਈ ਸੀ ਬਾਰੀ ਉਹਦੀ ਵਾਈਫ ਦੀ, ਉਹ ਵੀ ਚੜ੍ਹ ਗਈ। ਸੋ ਡਿਡ ਦ ਕੈਟ, ਤੇ ਬਿੱਲੀ ਵੀ ਉਹ ਵੀ ਚੜ੍ਹ ਗਈ ਸੀ। ਨੋ ਵਨ ਟੁੱਕ ਨੋਟਿਸ ਆਫ ਦ ਡੌਗ, ਕਿਉਂਕਿ ਪਿੱਛੋਂ ਆਵਾਜ਼ਾਂ ਪੈ ਰਹੀਆਂ ਸੀ ਤੇ ਕੁੱਤੇ ਵੱਲ ਕਿਸੇ ਦਾ ਧਿਆਨ ਗਿਆ ਹੀ ਨਹੀਂ। ਹੂ ਵਾਜ਼ ਸਟਿਲ ਸਨਿਫਿੰਗ ਅਰਾਊਂਡ ਇਨ ਵਨ ਕਾਰਨਰ ਆਫ ਦ ਹਟ, ਤੇ ਉਹ ਜਿਹੜਾ ਕੁੱਤਾ ਸੀ ਉਹਦੇ ਵੱਲ ਧਿਆਨ ਇਸ ਲਈ ਨਹੀਂ ਗਿਆ ਕਿਉਂਕਿ ਉਹ ਝੋਪੜੀ ਦੇ ਇੱਕ ਕੋਨੇ ਦੇ ਵਿੱਚ ਅਜੇ ਵੀ ਸੁੰਘ ਰਿਹਾ ਸੀ। ਜਿਵੇਂ ਕੁੱਤੇ ਨਹੀਂ ਕਰਦੇ ਸਨਿਫ ਕਰਨਾ, ਸੁੰਘਣ ਦੀ ਕੋਸ਼ਿਸ਼ ਕਰਨੀ, ਉਹ ਕੁੱਤਾ ਅਜੇ ਵੀ ਕੁਝ ਸੁੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਹੱਟ ਦੇ ਇੱਕ ਕੋਨੇ ਦੇ ਵਿੱਚ, ਝੋਂਪੜੀ ਦੇ ਕੋਨੇ ਦੇ ਵਿੱਚ। ਦ ਕੈਟਾਮਰਾਨ ਸਟਾਰਟਡ ਮੂਵਿੰਗ, ਤੇ ਕਿਉਂਕਿ ਕਿਸੇ ਦਾ ਧਿਆਨ ਨਹੀਂ ਗਿਆ, ਇਸੇ ਕਰਕੇ ਜੋ ਕੈਟਾਮਰਾਨ ਸੀ ਉਹਨੇ ਤੁਰਨਾ ਸ਼ੁਰੂ ਕਰਤਾ, ਹਿਲਣਾ ਸ਼ੁਰੂ ਕਰ ਦਿੱਤਾ ਪਾਣੀ ਦੇ ਵਿੱਚੋਂ। ਨਾਓ ਇਟ ਵਾਜ਼ ਇਨ ਮਿਡ ਵਾਟਰ ਅਗੇਨ, ਤੇ ਤੁਰਦੀ ਤੁਰਦੀ ਉਹ ਪਾਣੀ ਦੇ ਜਿਹੜਾ ਉਧਰ ਪਾਣੀ ਸੀ ਉਹਦੇ ਬਿਲਕੁਲ ਵਿਚਕਾਰ ਜਾ ਕੇ ਮਤਲਬ ਉੱਥੇ ਪਹੁੰਚ ਗਈ ਸੀ। ਹੈਵੀ ਰੇਨ ਸਟਾਰਟਡ ਅਗੇਨ, ਤੇ ਅਜੇ ਉਹ ਪਾਣੀ ਵਿੱਚ ਹੀ ਸੀ ਕਿ ਫੇਰ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ। ਬਾਏ ਦੈਨ ਹਿਜ਼ ਮਾਸਟਰ ਹੈਡ ਰੀਚਡ ਅੰਬਾਲਾ ਪੂਜ਼ਾ ਐਟ ਨਾਈਟ, ਤੇ ਇਸ ਟਾਈਮ ਤੱਕ ਜਿਹੜਾ ਉਹਦਾ ਮਾਸਟਰ ਸੀ, ਕੁੱਤੇ ਦਾ ਜਿਹੜਾ ਮਾਲਕ ਸੀ, ਉਹ ਅੰਬਾਲਾ ਪੂਜਾ ਤੱਕ ਪਹੁੰਚ ਗਿਆ ਸੀ ਰਾਤ ਨੂੰ। ਅ ਹਿਊਜ ਕ੍ਰੋਕੋਡਾਈਲ ਕੇਮ ਨੀਅਰ ਦਾ ਹਾਊਸ, ਅਜੇ ਆ ਘਰ ਸੀ ਤੇ ਕੁੱਤਾ ਇੱਥੇ ਹੀ ਸੀ, ਹੈ ਨਾ। ਤੇ ਇੱਥੇ ਕਿਉਂਕਿ ਪਾਣੀ ਸੀ, ਇੱਥੇ ਕ੍ਰੋਕੋਡਾਈਲ ਜਿਹੜਾ ਸੀ, ਉਹ ਵੱਡਾ ਜਿਹਾ ਕ੍ਰੋਕੋਡਾਈਲ ਇੱਥੇ ਆ ਗਿਆ ਸੀ, ਮਗਰਮੱਛ ਜਿਹਨੂੰ ਆਪਾਂ ਕਹਿੰਦੇ ਹਾਂ। ਦ ਡੌਗ ਲੋਅਰਡ ਹਿਜ਼ ਟੇਲ ਇਨ ਫੀਅਰ, ਤੇ ਕੁੱਤੇ ਨੇ ਇਸ ਮਗਰਮੱਛ ਨੂੰ ਦੇਖ ਕੇ ਆਪਣੀ ਜਿਹੜੀ ਪੂੰਛ ਹੁੰਦੀ ਹੈ ਉਹ ਜਨਰਲੀ ਉੱਤੇ ਵੱਲ ਨੂੰ ਹੁੰਦੀ ਹੈ ਨਾ, ਉਹਨੇ ਥੱਲੇ ਵੱਲ ਨੂੰ ਕਰ ਲਈ ਕਿਉਂਕਿ ਉਹਨੂੰ ਡਰ ਲੱਗ ਰਿਹਾ ਸੀ। ਐਂਡ ਸਟਾਰਟਡ ਬਾਰਕਿੰਗ, ਤੇ ਉਹ ਇਸ ਮਗਰਮੱਛ ਨੂੰ ਦੇਖ ਕੇ ਉਹਦੇ ਤੇ ਭੌਂਕਣਾ ਸ਼ੁਰੂ ਕਰ ਦਿੰਦਾ, ਪਰ ਉਹਨੂੰ ਡਰ ਲੱਗ ਰਿਹਾ ਸੀ। ਬਟ ਦ ਕ੍ਰੋਕੋਡਾਈਲ ਜਸਟ ਵੈਂਟ ਅਵੇ, ਪਰ ਇਹ ਜਿਹੜਾ ਮਗਰਮੱਛ ਸੀ ਇਹ ਸ਼ਾਇਦ ਪਰੇ ਨੂੰ ਤੁਰ ਗਿਆ, ਅਜੇ ਇਹਦਾ ਮੂਡ ਨਹੀਂ ਸੀ ਇਹਨੂੰ ਖਾਣ ਦਾ। The hungry dog howled from rooftop, looking out into the dark and cloudy sky. ਹਾਊਲ ਦਾ ਮਤਲਬ ਹੁੰਦਾ ਜ਼ੋਰ ਦੀ ਰੋਇਆ, ਜਿਵੇਂ ਕੁੱਤੇ ਰੋਂਦੇ ਆ ਨਾ ਕਈ ਵਾਰ ਰਾਤ ਨੂੰ, ਉਵੇਂ ਕਰਕੇ ਇਹ ਜ਼ੋਰ ਦੀ ਰੋਇਆ। ਤੇ ਜਿਹੜਾ ਕੁੱਤਾ ਸੀ ਇਹ ਵਿਚਾਰਾ ਭੁੱਖਾ ਸੀ, ਕਾਫੀ ਦਿਨਾਂ ਤੋਂ ਇਹਨੇ ਕੁਝ ਖਾਇਆ ਨਹੀਂ ਸੀ, ਤੇ ਛੱਤ ਤੇ ਜਾ ਕੇ ਇੱਧਰ ਉੱਧਰ ਦੇਖਣ ਲੱਗਾ ਤੇ ਡਾਰਕ ਸੀ, ਮਤਲਬ ਰਾਤ ਦਾ ਸਮਾਂ ਸੀ, ਬੱਦਲ ਵੀ ਆਏ ਹੋਏ ਸੀ। ਉੱਤੇ ਨੂੰ ਦੇਖ ਕੇ ਇਹਨੇ ਭੌਂਕਣਾ ਸ਼ੁਰੂ ਕੀਤਾ, ਦਰਦਨਾਕ ਭੌਂਕਣਾ। ਹਿਜ਼ ਕਰਾਈਜ਼ ਰੀਚਡ ਪਲੇਸਿਸ ਫਾਰ ਆਫ, ਤੇ ਉਸ ਦੀਆਂ ਜਿਹੜੀਆਂ ਚੀਕਾਂ ਸੀ ਉਹ ਦੂਰ ਦੂਰ ਤੱਕ ਪਹੁੰਚ ਗਈਆਂ। ਐਂਡ ਦੋਜ਼ ਹੂ ਵਰ ਸਟਿਲ ਗਾਰਡਿੰਗ ਦੇਅਰ ਹਾਊਸਿਸ ਮਸਟ ਹੈਵ ਸੈਡ, ਅਯੋ ਅ ਡੌਗ ਇਜ਼ ਲੈਫਟ ਅਲੋਨ ਔਨ ਦ ਹਾਊਸ ਟੌਪ। ਤੇ ਇੱਥੇ ਦੱਸਿਆ ਗਿਆ ਵੀ ਉਸ ਦੀਆਂ ਚੀਕਾਂ ਇੰਨੀ ਦੂਰ ਦੂਰ ਤੱਕ ਪਹੁੰਚੀਆਂ ਕਿ ਜਿਹੜੇ ਅਜੇ ਵੀ ਆਪਣੇ ਘਰਾਂ ਦੀ ਰਾਖੀ ਕਰ ਰਹੇ ਸੀ, ਬਾਹਰ ਨਹੀਂ ਜਾ ਰਹੇ ਸੀ ਵੀ ਅਜੇ ਅਸੀਂ ਆਪਣਾ ਘਰ ਨਹੀਂ ਛੱਡਣਾ, ਹੋ ਸਕਦਾ ਪਾਣੀ ਦਾ ਬਹਾਵ ਘੱਟ ਹੋ ਜੇ, ਉਹਨਾਂ ਨੇ ਜ਼ਰੂਰ ਇਹ ਕਿਹਾ ਹੋਏਗਾ ਇਸ ਕੁੱਤੇ ਦੀ ਆਵਾਜ਼ ਸੁਣ ਕੇ ਵੀ ਹਾਏ ਕੁੱਤਾ ਘਰ ਦੀ ਛੱਤ ਤੇ ਇਕੱਲਾ ਰਹਿ ਗਿਆ ਬੇਚਾਰਾ। ਦ ਡੌਗ ਕਰਾਈਡ ਆਊਟ ਕੰਟੀਨਿਊਸਲੀ ਫॉर ਅ ਲੌਂਗ ਟਾਈਮ, ਤੇ ਕੁੱਤਾ ਕਾਫੀ ਦੇਰ ਤੱਕ ਲਗਾਤਾਰ ਚੀਕਦਾ ਰਿਹਾ। then he was too tired to cry, ਤੇ ਫਿਰ ਉਸ ਤੋਂ ਬਾਅਦ ਲਗਾਤਾਰ ਚੀਕਣ ਤੋਂ ਬਾਅਦ ਐਵੇਂ ਲੱਗ ਰਿਹਾ ਸੀ ਵੀ ਹੁਣ ਉਹ ਥੱਕ ਗਿਆ ਸੀ, ਉਹਦੇ ਵਿੱਚ એનર્ਜੀ ਨਹੀਂ ਸੀ ਤੇ ਰੋ ਰੋ ਕੇ ਉਹਦਾ ਬਸ ਹੋ ਗਈ ਸੀ। from some house in the north a man was chanting the Ramayana, ਤੇ ਉਸ ਘਰ ਦੇ ਨਾਰਥ ਵੱਲ ਨੂੰ ਆਵਾਜ਼ ਆ ਰਹੀ ਸੀ, ਯਾਨੀ ਉੱਤਰ ਵਿੱਚ ਕਿਸੇ ਘਰ ਵਿੱਚ ਇੱਕ ਆਦਮੀ ਰਮਾਇਣ ਦੀ ਜਾਪ ਕਰ ਰਿਹਾ ਸੀ, ਉਹਦੀ ਆਵਾਜ਼ ਆ ਰਹੀ ਸੀ। For some time the dog turned towards the sound, ਤੇ ਕੁਝ ਦੇਰ ਲਈ ਕਿਉਂਕਿ ਉੱਥੇ ਉਹ ਆਵਾਜ਼ ਆ ਰਹੀ ਸੀ, ਉਹ ਜਿਹੜਾ ਕੁੱਤਾ ਸੀ ਉਹਨੇ ਆਵਾਜ਼ ਵੱਲ ਨੂੰ ਆਪਣਾ ਮੂੰਹ ਕੀਤਾ।
ਐਜ਼ ਇਫ ਹੀ ਵਾਜ਼ ਲਿਸਨਿੰਗ ਟੂ ਦ ਚੈਂਟ। ਤੇ ਉਧਰ ਵੱਲ ਨੂੰ ਆਵਾਜ਼ ਕਰਕੇ, ਆਪਣਾ ਮੂੰਹ ਕਰਕੇ ਜਿੱਥੇ ਆਵਾਜ਼ ਆ ਰਹੀ ਸੀ, ਕੁਝ ਦੇਰ ਲਈ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਰਮਾਇਣਾ ਸੁਣ ਰਿਹਾ ਹੁੰਦਾ, ਜੋ ਬੰਦਾ ਗਾ ਰਿਹਾ ਸੀ, ਜਾਪ ਕਰ ਰਿਹਾ ਸੀ। ਅਗੇਨ ਹੀ ਸਟਾਰਟਿਡ ਕਰਾਈਂਗ। ਤੇ ਫਿਰ ਉਹਨੇ ਰੋਣਾ ਸ਼ੁਰੂ ਕਰਤਾ ਕੁੱਤੇ ਨੇ। ਸੂਨ nothing could be heard except the roar of the wind and the sound of the waves। ਤੇ ਇੰਨੀ ਰਾਤ ਹੋ ਚੁੱਕੀ ਸੀ ਕਿ ਥੋੜ੍ਹੀ ਦੇਰ ਬਾਅਦ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ, ਬਿਲਕੁਲ ਸ਼ਾਂਤੀ ਹੋ ਗਈ ਸੀ। ਪਰ ਜਿਹੜੀ ਆਵਾਜ਼ ਸੁਣਾਈ ਦੇ ਰਹੀ ਸੀ ਉਹ ਸੀ ਜਿਹੜੀ ਹਵਾ ਦੀ ਗਰਜ ਸੀ ਜਾਂ ਲਹਿਰਾਂ ਦੀ ਜਿਹੜੀ ਆਵਾਜ਼ ਸੀ, ਸਿਰਫ ਉਹੀ ਸੁਣਾਈ ਦੇ ਰਹੀ ਸੀ। ਇਟ ਵਾਜ਼ ਅਰਲੀ ਮਾਰਨਿੰਗ। ਹੁਣ ਉਹ ਰਾਤ ਤਾਂ ਟੱਪ ਗਈ ਸੀ, ਹੁਣ ਸਵੇਰ ਹੋ ਗਈ ਸੀ, ਸਾਜਰੇ ਸਵਾਜਰੇ ਦੀ ਗੱਲ ਹੈਗੀ ਹੈ। ਦ ਡੌਗ ਸਟਾਰਟਿਡ ਗਰਾਊਨਿੰਗ। ਤੇ ਜਿਹੜਾ ਕੁੱਤਾ ਸੀ ਉਹਨੇ ਫੇਰ ਭੌਂਕਣਾ ਸ਼ੁਰੂ ਕਰਤਾ। ਤੇ ਇੱਥੇ ਗਰਾਊਨਿੰਗ ਦਾ ਮਤਲਬ ਇਹ ਹੁੰਦਾ ਜਿਵੇਂ ਦਰਦ ਵਿੱਚ ਕੋਈ ਰੋ ਰਿਹਾ ਹੋਏ, ਚਿੱਲਾ ਰਿਹਾ ਹੋਏ, ਕੁੱਤੇ ਨੇ ਉਹ ਕਰਨਾ ਸ਼ੁਰੂ ਕਰਤਾ ਸੀ, ਕਿਉਂਕਿ ਉਹ ਵਿਚਾਰਾ ਇੰਨੀ ਦਰਦ ਵਿੱਚ ਸੀ, ਉਹਨੂੰ ਭੁੱਖ ਲੱਗੀ ਸੀ, ਇਕੱਲਾ ਸੀ, ਹੋਰ ਕੀ ਕਰਦਾ ਸੀ, ਮਤਲਬ ਉਹ ਕੁਝ ਹੋਰ ਕਰ ਵੀ ਨਹੀਂ ਸਕਦਾ ਸੀ। ਫਰੋਗ ਸਟਾਰਟਿਡ ਲੁਕਿੰਗ ਐਟ ਹਿਮ ਅਮੇਜ਼ਡ। ਤੇ ਜਿਹੜੇ ਉੱਥੇ ਫਰੋਗ ਸੀਗੇ, ਡੱਡੂ ਸੀ, ਉਹ ਹੈਰਾਨ ਹੋ ਕੇ ਉਸ ਵੱਲ ਦੇਖ ਰਹੇ ਸੀ। ਹੀ ਲੁਕਡ ਐਟ ਦ ਥੈਚਡ ਰੂਫਸ। ਤੇ ਜਿਹੜਾ ਕੁੱਤਾ ਸੀ ਉਹ ਛੱਤਾਂ ਵੱਲ ਦੇਖ ਰਿਹਾ ਸੀ, ਜਿਹੜੀ ਘਾਹ ਫੂਸ ਦੀ ਬਣੀ ਹੋਈ ਸੀ। ਦੇ ਵਰ ਹਿਜ਼ ਓਨਲੀ ਹੋਪਸ। ਕਿਉਂਕਿ ਛੱਤ 'ਤੇ ਚੜ੍ਹ ਕੇ ਇੱਧਰ ਉੱਧਰ ਦੇਖ ਰਿਹਾ ਸੀ, ਛੱਤਾਂ ਦਿਖਾਈ ਦੇ ਰਹੀਆਂ ਸੀ, ਪਾਣੀ ਇੰਨਾ ਵਧਿਆ ਹੋਇਆ ਸੀ, ਅਤੇ ਉਹਨੂੰ ਲੱਗ ਰਿਹਾ ਸੀ ਵੀ ਸ਼ਾਇਦ ਉਮੀਦ ਦੀ ਕਿਰਨ ਹੈਗੀ ਹੈ ਵੀ ਕਿਸੇ ਛੱਤ ਵਿੱਚੋਂ ਕੋਈ ਆ ਕੇ ਉਹਨੂੰ ਬਚਾ ਲੇ ਜਾਂ ਉਹਦਾ ਮਾਸਟਰ ਆ ਜਾਏ। ਨੋ ਫਾਇਰ ਬਰਨਡ ਐਨੀਵੇਅਰ। ਕਿਤੇ ਵੀ ਅੱਗ ਨਹੀਂ ਲੱਗੀ ਸੀ, ਕਿਉਂਕਿ ਠੰਡ ਪੈ ਜਾਂਦੀ ਹੈ ਨਾ ਬਹੁਤ ਜ਼ਿਆਦਾ। ਫਲੀਜ਼ ਬਿਟ ਹਿਮ ਐਂਡ ਹੀ ਡਰੋਵ ਦੈਮ ਅਵੇ ਵਿਦ ਹਿਜ਼ ਪੌਜ਼। ਤੇ ਉੱਥੇ ਆ ਕੇ ਜਿਹੜੇ ਮੱਛਰ ਸੀ ਉਹ ਉਹਨੂੰ ਵੱਢ ਰਹੇ ਸੀ, ਤੇ ਉਹ ਆਪਣੇ ਪੈਰਾਂ ਨਾਲ ਉਹਨਾਂ ਨੂੰ ਭਜਾ ਰਿਹਾ ਸੀ, ਪੰਜੇ ਨਾਲ ਉਹਨਾਂ ਨੂੰ ਪਰੇ ਨੂੰ ਕਰ ਰਿਹਾ ਸੀ। ਹੁਣ ਇਹ ਫਲੀਜ਼ ਕੀ ਹੁੰਦੇ? ਇਹ ਛੋਟੇ ਛੋਟੇ ਇਨਸੈਕਟਸ ਹੁੰਦੇ ਜਿਨ੍ਹਾਂ ਦੇ ਖੰਭ ਨਹੀਂ ਹੁੰਦੇ, ਜੰਪ ਕਰ ਕਰਕੇ ਕੁੱਤੇ ਬਿੱਲੀਆਂ 'ਤੇ ਰਹਿੰਦੇ। ਇਹਨਾਂ ਨੂੰ ਪੰਜਾਬੀ ਵਿੱਚ ਆਪਾਂ ਕਹਿੰਦੇ ਹਾਂ ਪਿੱਸੂ, ਤੁਸੀਂ ਸ਼ਾਇਦ ਸੁਣਿਆ ਹੋਏਗਾ। ਅੱਗੇ ਚੱਲਦੇ ਹਾਂ। ਇਹ ਜਿਹੜੇ ਫਲੀਸ ਤੇ ਉਹਦੇ ਤੋਂ ਬੈਠ ਰਹੇ ਸੀ ਤੇ ਉਹ ਆਪਣੇ ਆਪਣੇ ਪੰਜੇ ਨਾਲ ਉਹਨਾਂ ਨੂੰ ਪਰੇ ਜੇ ਕਰ ਰਿਹਾ ਸੀ। ਦ ਸਨ ਸ਼ੋਨ ਫॉर ਸਮ ਟਾਈਮ। ਤੇ ਥੋੜ੍ਹੀ ਦੇਰ ਲਈ ਜਿਹੜਾ ਸੂਰਜ ਸੀ ਉਹ ਚਮਕਿਆ। ਹੀ ਡੋਜ਼ਡ ਆਫ ਇਨ ਦ ਸਨਲਾਈਟ। ਤੇ ਉਹ ਸੂਰਜ ਦੀ ਰੋਸ਼ਨੀ ਵਿੱਚ ਸੋ ਗਿਆ। ਡੋਜ਼ਡ ਆਫ ਦਾ ਮਤਲਬ ਸੋ ਜਾਣਾ। He jumped and barked when he saw the shadow of the banana leaf on the rooftop। ਕਿਉਂਕਿ ਘਰ ਦੇ ਨੇੜੇ ਤੇੜੇ ਕੇਲੇ ਦੇ ਜਿਹੜੇ ਪੇੜ ਸੀ ਉਹ ਲੱਗੇ ਹੋਏ ਸੀ, ਤੇ ਜਦ ਸੂਰਜ ਚਮਕਿਆ ਤਾਂ ਇਹਨਾਂ ਦੇ ਇੱਕ ਪੱਤੇ ਦੀ ਜਦ ਸ਼ੈਡੋ, ਜਦ ਪਰਛਾਈ ਜਿਹੜੀ ਹੈਗੀ ਹੈ ਉਹ ਛੱਤ 'ਤੇ ਪਈ, ਤਾਂ ਉਹਦੇ ਹੋ ਸਕਦਾ ਦਿਲ ਵਿੱਚ ਉਮੀਦ ਦੀ ਕਿਰਨ ਜਾਗੀ ਹੋਏ। ਤੇ ਜਦੋਂ ਉਸਨੇ ਛੱਤ 'ਤੇ ਕੇਲੇ ਦੇ ਪੱਤੇ ਦੀ ਪਰਛਾਵਾਂ ਦੇਖਿਆ ਤਾਂ ਉਹ ਛਾਲ ਮਾਰ ਕੇ ਫਿਰ ਤੋਂ ਭੌਂਕਣ ਸ਼ੁਰੂ ਕਰ ਦਿੰਦਾ, ਭੌਂਕਣਾ ਸ਼ੁਰੂ ਕਰ ਦਿੰਦਾ। ਦੈਨ ਦ ਕਲਾਊਡਸ ਅਪੀਅਰਡ। ਤੇ ਇੰਨੀ ਦੇਰ ਨੂੰ ਜਿਹੜੇ ਬੱਦਲ ਹੈਗੇ ਆ ਉਹ ਵਾਪਸ ਆ ਜਾਂਦੇ ਨੇ। ਅੱਗੇ ਚੱਲਦੇ ਹਾਂ। ਇਟ ਵਾਜ਼ ਡਾਰਕ ਵੰਸ ਅਗੇਨ। ਇੱਕ ਵਾਰ ਫਿਰ ਤੋਂ ਹਨੇਰਾ ਪੈ ਜਾਂਦਾ ਕਿਉਂਕਿ ਬੱਦਲ ਆ ਜਾਂਦੇ ਨੇ। ਦ ਵਿੰਡ ਸਟਿਰਡ ਦ ਵਾਟਰ। ਤੇ ਜਿਹੜੀ ਹਵਾ ਸੀ ਉਹ ਪਾਣੀ ਨੂੰ ਹਿਲਾ ਰਹੀ ਸੀ। ਸਟਿਰ ਕਰਨਾ ਮਤਲਬ ਹਿਲਾ ਦੇਣਾ, ਜਿਵੇਂ ਆਪਾਂ ਚੀਨੀ ਪਾ ਕੇ ਘੋਲਦੇ ਆ ਨਾ, ਉਵੇਂ ਹੀ ਜਿਹੜੀ ਵਿੰਡ ਸੀ ਉਹ ਵੀ ਪਾਣੀ ਨੂੰ ਇੱਦਾਂ ਲੱਗ ਰਿਹਾ ਸੀ ਇੰਨੀ ਤੇਜ਼ ਤੇਜ਼ ਹਿਲਾ ਰਹੀ ਹੈ। ਦ ਕਾਰਕਸਿਸ ਆਫ ਐਨੀਮਲਸ ਫਲੋਟਡ ਅਰਾਊਂਡ ਇਨ ਦ ਵੇਵਸ। ਕਿਉਂਕਿ ਉੱਥੇ ਇੰਨੇ ਜਾਨਵਰ ਮਰੇ ਸੀ ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ ਸੀ, ਜਿਹੜੀ ਡੈਡ ਬੋਡੀ ਸੀ, ਉਹ ਪਾਣੀ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ। ਦ ਡੌਗ ਲੁਕਡ ਐਟ ਦੈਮ ਲੌਂਗਿੰਗਲੀ। ਕੁੱਤਾ ਉਹਨਾਂ ਵੱਲ ਦੇਖ ਰਿਹਾ ਸੀ, ਬੜਾ ਤਰਸ ਜਿਹਾ ਆ ਰਿਹਾ ਸੀ ਉਹਨੂੰ ਉਹਨਾਂ ਵੱਲ ਦੇਖ ਕੇ। ਧਾਂਕ ਲਾ ਕੇ ਜਿਵੇਂ ਦੇਖੀਦਾ ਨਾ, ਉਵੇਂ ਦੇਖ ਰਿਹਾ ਸੀ। ਅੱਗੇ ਚੱਲਦੇ ਹਾਂ। ਅ ਸਮੌਲ ਬੋਟ ਵਾਜ਼ ਮੂਵਿੰਗ ਫਾਸਟ ਅ ਲਿਟਲ ਅਵੇ ਫਰੋਮ ਦ ਹਾਊਸ। ਤੇ ਉਸਦੇ ਘਰ ਤੋਂ ਥੋੜ੍ਹੀ ਜਿਹੀ ਦੂਰ ਇੱਕ ਛੋਟੀ ਜਿਹੀ ਜਿਹੜੀ ਬੋਟ ਹੁੰਦੀ ਹੈ ਉਹ ਉੱਥੇ ਚੱਲ ਰਹੀ ਸੀ। ਦ ਡੌਗ ਸੌ ਇਟ ਐਂਡ ਸਟੂਡ ਅਪ ਵੈਗਿੰਗ ਹਿਜ਼ ਟੇਲ। ਤੇ ਕੁੱਤੇ ਨੇ ਉਸ ਬੋਟ ਨੂੰ ਦੇਖਿਆ ਤੇ ਉਹਨੇ ਆਪਣੀ ਜਿਹੜੀ ਪੁੱਛ ਹੈਗੀ ਹੈ ਉਹ ਪੂੰਛ ਨੂੰ ਹਿਲਾਉਣਾ ਸ਼ੁਰੂ ਕਰਤਾ। ਖੜਾ ਹੋ ਗਿਆ ਬੋਟ ਨੂੰ ਦੇਖ ਕੇ ਤੇ ਪੂੰਛ ਹਿਲਾਣੀ ਸ਼ੁਰੂ ਕਰਤੀ। ਹੀ ਵਾਚਡ ਟਿਲ ਇਟ ਡਿਸਅਪੀਅਰਡ। ਤੇ ਉਹ
ਜਦ ਤੱਕ ਗਾਇਬ ਨਹੀਂ ਹੋ ਗਈ ਉਹਦੀ ਨਿਗਾਹ ਤੋਂ, ਉਦੋਂ ਤੱਕ ਉਹ ਦੇਖਦਾ ਰਿਹਾ ਵੀ ਸ਼ਾਇਦ ਇਹ ਬੰਦਾ ਮੈਨੂੰ ਆ ਕੇ ਬਚਾ ਲੇਗਾ। It started drizzling again. ਫੇਰ ਬਾਰਿਸ਼ ਸ਼ੁਰੂ ਹੋ ਗਈ। The dog stood on his hind legs. ਕੁੱਤਾ ਜਿਹੜਾ ਹੈਗਾ ਉਹ ਆਪਣੀ ਪਿੱਛੇ ਦੀਆਂ ਜਿਹੜੀਆਂ ਟੰਗਾਂ ਸੀ ਉਹਨਾਂ ਤੇ ਖੜਾ ਹੋ ਗਿਆ, ਕਿਤੇ ਬੈਲੈਂਸ ਕਰਕੇ ਵੀ ਸ਼ਾਇਦ ਮੈਂ ਦੇਖ ਲਾਂ ਵੀ ਕੋਈ ਮੈਨੂੰ ਬਚਾਉਣ ਆ ਜੇ। He looked helpless. ਤੇ ਉਹ ਬੇਬਸ ਜਿਹਾ ਜਾਪ ਰਿਹਾ ਸੀ। The drizzle stopped. ਤੇ ਫਿਰ ਬਾਰਿਸ਼ ਰੁਕ ਗਈ। A small boat came from the house in the north and stopped at the coconut tree. ਤੇ ਬਾਰਿਸ਼ ਜਦ ਰੁਕ ਗਈ ਤੇ ਇੱਕ ਛੋਟੀ ਜਿਹੀ ਬੋਟ ਨਾਰਥ ਉੱਤਰ ਵੱਲ ਦੀ ਇੱਧਰ ਦੀ ਆ ਰਹੀ ਸੀ ਤੇ ਕੋਕੋਨਟ ਟਰੀ ਜਿਹੜਾ ਸੀਗਾ ਉੱਥੇ ਆ ਕੇ ਨਾਰੀਅਲ ਦੇ ਪੇੜ ਤੇ ਰੁਕ ਗਈ। The dog wagged his tail and made noises. ਤੇ ਕੁੱਤੇ ਨੇ ਦੇਖ ਕੇ ਆਪਣੀ ਜਿਹੜੀ ਪੂੰਛ ਹੈਗੀ ਹੈ ਉਹ ਫੇਰ ਤੋਂ ਹਿਲਾਣੀ ਸ਼ੁਰੂ ਕਰਤੀ, ਆਵਾਜ਼ਾਂ ਕੱਢਣੀਆਂ ਸ਼ੁਰੂ ਕਰਤੀਆਂ ਵੀ ਸ਼ਾਇਦ ਇਹ ਬੰਦੇ ਮੈਨੂੰ ਦੇਖ ਲੈਣ। The boatman picked up a coconut from the tree. ਤੇ ਜਿਹੜਾ ਬੋਟ ਦੇ ਵਿੱਚ ਬੰਦਾ ਸੀ ਕਿਸ਼ਤੀ ਦੇ ਵਿੱਚ, ਉਸਨੇ ਨਾਰੀਅਲ ਜਿਹੜਾ ਹੈਗਾ, ਜਦ ਬੋਟ ਰੁਕੀ ਉਹਨੇ ਉਹ ਨਾਰੀਅਲ ਚੁੱਕਿਆ, broke it, ਉਹਨੂੰ ਤੋੜਿਆ, and drank its juice. ਤੇ ਨਾਰੀਅਲ ਚੁੱਕਿਆ, ਤੋੜਿਆ ਤੇ ਉਸਦਾ ਰਸ ਪੀ ਲਿੱਤਾ। He then rowed off. ਤੇ ਉਸ ਤੋਂ ਬਾਅਦ ਉਹ ਫਿਰ ਆਪਣੀ ਬੋਟ ਲੈ ਕੇ ਤੁਰ ਪਿਆ, ਮਤਲਬ ਅੱਗੇ ਨੂੰ ਚਲਾ ਗਿਆ। A crow sitting on the tree at a distance flew down on the carcass of a huge bull. ਤੇ ਦੂਰ ਇੱਕ ਕਰੋ ਜਿਹੜਾ ਸੀ, ਇੱਕ ਕਊਆ ਸੀ, ਉਹ ਥੱਲੇ ਨੂੰ ਉਤਰ ਕੇ ਆਇਆ ਤੇ ਜਿਹੜੀ ਡੈਡ ਬੋਡੀ ਸੀ ਇੱਕ ਬੁੱਲ ਦੀ ਉਹਦੇ ਤੇ ਬੈਠ ਗਿਆ, ਕਿਉਂਕਿ ਪੰਛੀ ਜਿਹੜੇ ਹੈਗੇ ਨੇ ਉਹ ਜਾਨਵਰਾਂ ਦੀ ਡੈਡ ਬੋਡੀ ਖਾਂਦੇ ਨੇ। ਈਵਨ ਐਜ਼ ਦ ਡੌਗ ਵਾਜ਼ ਬਾਰਕਿੰਗ ਐਟ ਇਟ। ਤੇ ਜਦ ਕਊਆ ਥੱਲੇ ਆਇਆ, ਬਲ ਤੇ ਬੈਠ ਗਿਆ ਤੇ ਕੁੱਤਾ ਉਹਨੂੰ ਦੇਖ ਕੇ ਭੌਂਕ ਰਿਹਾ ਸੀ, ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। The crow started eating the flesh of the dead animal. ਪਰ ਜਿਹੜਾ ਕਾਂ ਸੀ ਉਹ ਮਰੇ ਹੋਏ ਜਾਨਵਰ ਦਾ ਮਾਸ ਖਾ ਰਿਹਾ ਸੀ, ਉਹਨੂੰ ਡਰ ਨਹੀਂ ਲੱਗ ਰਿਹਾ ਸੀ। It took no notice of the dog. ਤੇ ਕਾਂ ਨੇ ਕੁੱਤੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। After some time it flew away. ਤੇ ਕੁਝ ਦੇਰ ਬਾਅਦ, ਕੁਝ ਸਮੇਂ ਬਾਅਦ ਖਾ ਕੇ ਮਾਸ ਉਹ ਆਪਣਾ ਰਸਤੇ ਤੁਰ ਪਿਆ। In the afternoon, two men came that way in a small boat. ਤੇ ਫਿਰ ਦੁਪਹਿਰ ਦੀ ਗੱਲ ਹੈਗੀ ਹੈ, ਦੋ ਜਿਹੜੇ ਬੰਦੇ ਸੀ ਉਹ ਛੋਟੀ ਜਿਹੀ ਕਿਸ਼ਤੀ ਵਿੱਚ ਉੱਧਰ ਵੱਲ ਨੂੰ ਆ ਰਹੇ ਸੀ। The dog barked gratefully and wagged his tail. ਕੁੱਤੇ ਨੇ ਸ਼ੁਕਰਗੁਜ਼ਾਰ ਹੋ ਕੇ ਭੌਂਕਣਾ ਸ਼ੁਰੂ ਕੀਤਾ ਤੇ ਆਪਣੀ ਪੂੰਛ ਲਾਣੀ ਸ਼ੁਰੂ ਕਰਤੀ ਵੀ ਸ਼ਾਇਦ ਇਹ ਦੋਨੋਂ ਮੈਨੂੰ ਬਚਾ ਲੈਣ। He wanted to get into the boat. ਤੇ ਉਹ ਜਿਹੜਾ ਸੀ ਉਹ ਕੁੱਤਾ ਉਹ ਕਿਸ਼ਤੀ ਤੇ ਚੜ੍ਹਨਾ ਚਾਹੁੰਦਾ ਸੀ, ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਸੀ। See, there is a dog, said one of them. ਤੇ ਕਿਸ਼ਤੀ ਵਿੱਚ ਇੱਕ ਬੰਦੇ ਨੇ ਉੱਧਰ ਵੱਲ ਨੂੰ ਇਸ਼ਾਰਾ ਕਰਦੇ ਹੋਏ ਕਿਹਾ, ਦੇਖ ਉੱਧਰ ਇੱਕ ਕੁੱਤਾ ਹੈ। The dog mourned. ਜਿਹੜਾ ਕੁੱਤਾ ਸੀ ਉਹ ਚੀਕਿਆ। Let it be there, said the other. ਉਹਨੂੰ ਉੱਥੇ ਹੀ ਰਹਿਣ ਦੇ, ਦੂਜੇ ਬੰਦੇ ਨੇ ਕਿਹਾ ਵੀ ਕੁੱਤਾ ਜਿੱਥੇ ਹੈ ਉੱਥੇ ਹੀ ਰਹਿਣ ਦੇ। The dog opened his mouth and groaned. Groan ਦਾ ਮਤਲਬ ਹੌਂਕਾ ਭਰਿਆ। ਉਹਨੇ ਫਿਰ ਆਪਣਾ ਮੂੰਹ ਖੋਲ ਕੇ ਕੋਸ਼ਿਸ਼ ਕੀਤੀ ਵੀ ਸ਼ਾਇਦ ਮੈਨੂੰ ਕੋਈ ਬਚਾਉਣ ਆ ਜੇ। He tried to jump into the boat. ਕਿਸ਼ਤੀ ਕੋਲੋਂ ਹੀ ਜਾ ਰਹੀ ਹੋਏਗੀ ਤੇ ਉਹਨੇ ਕੋਸ਼ਿਸ਼ ਕੀਤੀ ਵੀ ਉਹ ਕਿਸ਼ਤੀ ਤੇ ਛਾਲ ਮਾਰ ਦੇ। But the boat moved off. ਪਰ ਕਿਸ਼ਤੀ ਰੁਕੀ ਨਹੀਂ ਤੇ ਉਹ ਅੱਗਾ ਨੂੰ ਤੁਰ ਪਈ। The dog groaned once again. ਤੇ ਕੁੱਤਾ ਫਿਰ ਇੱਕ ਵਾਰ ਉਹਨੇ ਹੌਂਕਾ ਭਰਿਆ, ਰੋਣ ਦੀ ਕੋਸ਼ਿਸ਼ ਕੀਤੀ। One of the boatmen turned back. ਤੇ ਦੇਖ ਕੇ ਕਿਸ਼ਤੀ ਵਿੱਚੋਂ ਇੱਕ ਬੰਦੇ ਨੇ ਵਾਪਸ ਮੁੜ ਕੇ ਦੇਖਿਆ। ਅਈਓ, ਆਵਾਜ਼ ਆਈ, ਹਾਏ। The cry came not from the boatman, it was from the dog. ਤੇ ਜਿਹੜੀ ਆਵਾਜ਼ ਆ ਰਹੀ ਸੀ ਰੋਣ ਦੀ, ਇਹ ਇਸ ਬੰਦੇ ਦੀ ਨਹੀਂ ਸੀ, ਕੁੱਤੇ ਦੀ ਸੀ, ਲਾਚਾਰੀ ਦੀ ਆਵਾਜ਼। There was nothing to be heard after that except the sounds of the waves. ਤੇ ਜਦੋਂ ਚਲੇ ਗਏ ਇਸ ਤੋਂ ਬਾਅਦ ਲਹਿਰਾਂ ਦੀਆਂ ਆਵਾਜ਼ਾਂ ਤੋਂ ਇਲਾਵਾ ਹੋਰ ਕੁਝ ਵੀ ਸੁਣਨ ਨੂੰ ਨਹੀਂ ਦੇ ਰਿਹਾ ਸੀ। No one turned back thereafter. ਤੇ ਉਸ ਤੋਂ ਬਾਅਦ ਕੋਈ ਵੀ ਵਾਪਸ ਨਹੀਂ ਮੁੜਿਆ। Only the dog stayed, looking at the boat till it disappeared. ਸਿਰਫ ਕੁੱਤਾ ਰਹਿ ਗਿਆ ਸੀ ਤੇ ਉਹ ਵੀ ਇਸ ਕਿਸ਼ਤੀ ਨੂੰ ਦੇਖ ਰਿਹਾ ਸੀ ਜਦ ਤੱਕ ਉਹ ਬਿਲਕੁਲ ਉਹਦੀ ਨਿਗਾਹ ਤੋਂ ਦੂਰ ਨਹੀਂ ਹੋ ਜਾਂਦੀ, ਗਾਇਬ ਨਹੀਂ ਹੋ ਜਾਂਦੀ।
He climbed onto the roof once again, growling, ਤੇ ਉਹ ਫੇਰ ਤੋਂ ਇੱਕ ਵਾਰ ਛੱਤ ਤੇ ਚੜ ਗਿਆ ਤੇ ਉੱਥੇ ਉਹਨੇ ਚੀਕਣਾ ਸ਼ੁਰੂ ਕਰਤਾ, ਐਜ਼ ਇਫ ਬਿਡਿੰਗ ਫੇਅਰਵੈਲ ਟੂ ਦ ਵਰਲਡ, ਜਿਵੇਂ ਉਹ ਦੁਨੀਆ ਨੂੰ ਅਲਵਿਦਾ ਕਹਿ ਰਿਹਾ ਹੋਏ। Perhaps he was trying to say that never again he would love a human being. ਸ਼ਾਇਦ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਫਿਰ ਕਦੇ ਇਨਸਾਨ ਨੂੰ ਪਿਆਰ ਨਹੀਂ ਕਰੇਗਾ, ਕਿਉਂਕਿ ਕਿਸੇ ਇਨਸਾਨ ਨੇ ਉਹਦੀ ਮਦਦ ਨਹੀਂ ਕੀਤੀ। The night was terrible with rain and storm. ਮੀਂਹ ਤੇ ਹਨੇਰੀ ਨਾਲ ਜਿਹੜੀ ਰਾਤ ਸੀ ਉਹ ਹੋਰ ਵੀ ਭਿਆਨਕ ਹੋ ਗਈ ਸੀ। The roof started moving in the waves. ਤੇ ਲਹਿਰਾਂ ਵਿੱਚ ਜਿਹੜੀ ਛੱਤ ਸੀ ਉਸ ਘਰ ਦੀ ਉਹ ਵੀ ਹਿਲਣਾ ਸ਼ੁਰੂ ਹੋ ਗਈ ਸੀ, ਪਾਣੀ ਬਹੁਤ ਵੱਧ ਗਿਆ ਸੀ। The dog almost fell off the rooftop twice. ਤੇ ਜਿਹੜਾ ਕੁੱਤਾ ਸੀ ਉਹ ਲਗਭਗ 2 ਵਾਰ ਛੱਤ ਤੋਂ ਡਿੱਗ ਪਿਆ। Then there appeared a long head from under the water. ਕਿਉਂਕਿ ਪਾਣੀ ਇੰਨਾ ਵੱਧ ਗਿਆ ਸੀ ਕਿ ਛੱਤ ਤੱਕ ਪਹੁੰਚ ਗਿਆ ਸੀ ਤੇ ਕੁੱਤਾ 2 ਵਾਰ ਡਿੱਗਿਆ ਤੇ ਵਾਪਸ ਆਇਆ ਤੇ ਇੰਨੀ ਦੇਰ ਨੂੰ ਪਾਣੀ ਦੇ ਵਿੱਚੋਂ ਇੱਕ ਲੰਬਾ ਜਿਹਾ ਸਰ ਜਿਹੜਾ ਸੀਗਾ ਉਹ ਬਾਹਰ ਨੂੰ ਆਇਆ। It was that of a crocodile. ਤੇ ਇਸ ਵਾਰ ਜਿਹੜਾ ਸਿਰ ਬਾਹਰ ਨੂੰ ਆਇਆ ਸੀ ਉਹ ਇੱਕ ਮਗਰਮੱਛ ਦਾ ਸੀ। The dog started barking in great fear. ਤੇ ਕੁੱਤਾ ਘਬਰਾ ਕੇ ਫਿਰ ਤੋਂ ਭੌਂਕਣਾ ਸ਼ੁਰੂ ਕਰ ਦਿੰਦਾ। There was also the sound of fowls wailing together from somewhere nearby. ਤੇ ਨੇੜੇ ਤੇੜੇ ਤੋਂ ਪੰਛੀਆਂ ਦੇ ਚੀਕਣ ਦੀ ਵੀ ਆਵਾਜ਼ ਆ ਰਹੀ ਸੀ। ਮੈਂ ਦੱਸਿਆ ਸੀ ਫਾਊਲਸ ਕੀ ਹੁੰਦਾ, ਜਿਹੜੇ ਪੰਛੀ ਆਪਾਂ ਘਰਾਂ ਵਿੱਚ ਰੱਖਦੇ ਨੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਵੇਂ ਚਿਕਨ ਹੋ ਗਿਆ, ਉਹ ਹੈਨ ਹੋ ਗਿਆ। Where is the dog barking from? ਕੁੱਤਾ ਕਿੱਥੋਂ ਭੌਂਕ ਰਿਹਾ? Haven't the people here gone away? ਇੱਥੇ ਦੇ ਜਿਹੜੇ ਲੋਕ ਹੈਗੇ ਨੇ ਉਹ ਅਜੇ ਘਰ ਨੂੰ ਛੱਡ ਕੇ ਗਏ ਨਹੀਂ। Someone said from a boat carrying hay, coconuts and bananas. ਤੇ ਇੰਨੀ ਦੇਰ ਨੂੰ ਕੁੱਤੇ ਦੀ ਆਵਾਜ਼ ਸੁਣ ਕੇ ਨਾਲ ਹੀ ਬੋਟ ਜਾ ਰਹੀ ਸੀ, ਕਿਸ਼ਤੀ ਜਾ ਰਹੀ ਸੀ ਤੇ ਉਹ ਕਹਿੰਦੇ ਵੀ ਇੱਥੇ ਦੇ ਘਰ ਦੇ ਲੋਕ ਅਜੇ ਗਏ ਨਹੀਂ। ਤੇ ਕਿਸੇ ਨੇ ਉਸ ਬੋਟ ਦੇ ਵਿੱਚੋਂ ਇਹ ਕਿਹਾ ਤੇ ਉਸ ਕਿਸ਼ਤੀ ਦੇ ਵਿੱਚ ਕੀ ਕੀ ਸਮਾਨ ਸੀ? ਇੱਕ ਤਾਂ ਹੇ ਸੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸੁੱਕਾ ਘਾਹ ਸੀ, ਨਾਰੀਅਲ ਸੀ ਤੇ ਕੇਲੇ ਸੀ। Oh, the dog is going to leap down. ਤੇ ਬੰਦਾ ਕਹਿੰਦਾ ਹੈ ਕਿ ਉਹ ਕੁੱਤਾ ਹੇਠਾਂ ਛਾਲ ਮਾਰਨ ਵਾਲਾ ਹੈ। And then the dog leapt down from the rooftop. ਕਿਉਂਕਿ ਛੱਤ ਡਿੱਗ ਰਹੀ ਸੀ ਤੇ ਇੰਨੇ ਨੂੰ ਕੁੱਤਾ ਜਿਹੜਾ ਹੈ ਉਹ ਛੱਲੇ ਨੂੰ ਛਾਲ ਮਾਰ ਦਿੰਦਾ। ਲੈਪਟ ਯਾਨੀ ਕਿ ਛਾਲ ਮਾਰ ਦਿੰਦਾ। One of the men got frightened. ਤੇ ਕਿਸ਼ਤੀ ਵਿੱਚ ਜਿਹੜਾ ਇੱਕ ਬੰਦਾ ਸੀ ਉਹ ਥੋੜਾ ਜਿਹਾ ਡਰ ਜਾਂਦਾ, ਉਹਨੂੰ ਡਰ ਲੱਗਦਾ and fell into the water. ਤੇ ਡਰ ਦੇ ਮਾਰੇ ਉਹ ਆਪ ਪਾਣੀ ਵਿੱਚ ਡਿੱਗ ਜਾਂਦਾ। But the other man pulled him out. ਪਰ ਜਿਹੜਾ ਦੂਜਾ ਬੰਦਾ ਸੀ ਕਿਸ਼ਤੀ ਦੇ ਵਿੱਚ ਉਹ ਉਹਨੂੰ ਬਾਹਰ ਕੱਢ ਲੈਂਦਾ। By then the dog had swum back to the roof. ਤੇ ਇੰਨੀ ਦੇਰ ਨੂੰ ਕਿਉਂਕਿ ਉਹ ਕੁੱਤਾ ਬਾਰ-ਬਾਰ ਥੱਲੇ ਨੂੰ ਡਿੱਗ ਰਿਹਾ ਸੀ, ਇੰਨੇ ਨੂੰ ਵਾਪਸ ਉਹ ਹਿੰਮਤ ਕਰਕੇ ਛੱਤ ਤੇ ਚੜ ਜਾਂਦਾ ਕਿਉਂਕਿ ਉਹਨੂੰ ਆਪਣੀ ਕਿਸ਼ਤੀ ਵਿੱਚ ਤਾਂ ਬਿਠਾਉਂਦੇ ਨਹੀਂ। And continued barking. ਤੇ ਜਦੋਂ ਛੱਤ ਤੇ ਚੜ ਜਾਂਦਾ ਫਿਰ ਜ਼ੋਰ-ਜ਼ੋਰ ਦੀ ਫਿਰ ਤੋਂ ਭੌਂਕਣਾ ਸ਼ੁਰੂ ਕਰ ਦਿੰਦਾ। The thieves took away all the bananas in the plot. ਉਸ ਘਰ ਦੇ ਵਿੱਚ ਜਿੰਨੇ ਵੀ ਕੇਲੇ ਸੀ ਉਹ ਚੋਰ ਜਿਹੜੇ ਸੀ ਉਹਨਾਂ ਨੂੰ ਕੱਟ ਲਿਆ ਤੇ ਆਪਣੀ ਕਿਸ਼ਤੀ ਵਿੱਚ ਉਹਨਾਂ ਨੇ ਰੱਖ ਲਿਆ। You will be sorry for this later, they said to the dog who was barking madly. ਉਹ ਕੁੱਤਾ ਜੋ ਪਾਗਲਾ ਵਾਂਗ ਭੌਂਕ ਰਿਹਾ ਸੀ, ਕੰਟੀਨਿਊਸਲੀ ਭੌਂਕ ਰਿਹਾ ਸੀ ਕਿਉਂਕਿ ਉਹ ਘਰ ਦੀ ਰਾਖੀ ਕਰ ਰਿਹਾ ਸੀ ਤੇ ਇਹ ਦੇਖ ਕੇ ਉਹ ਬੰਦੇ ਉਹਨੂੰ ਕਹਿੰਦੇ ਨੇ ਵੀ ਤੂੰ ਇਸ ਗਲਤੀ ਕਰਕੇ ਰੋਏਂਗਾ, ਪਛਤਾਏਂਗਾ। Then they loaded the boat with more hay. ਤੇ ਇਸ ਤੋਂ ਬਾਅਦ ਫਿਰ ਉਹਨਾਂ ਨੇ ਕਿਸ਼ਤੀ ਵਿੱਚ ਹੋਰ ਹੈ ਪਾਈ, ਸੁੱਕਾ ਘਾਹ ਇਕੱਠਾ ਕਰਕੇ ਕਿਸ਼ਤੀ ਵਿੱਚ ਪਾ ਲਿਆ। In the end, one of them climbed the rooftop. ਤੇ ਅਖੀਰ ਵਿੱਚ ਇੱਕ ਬੰਦੇ ਨੇ ਛੱਤ ਤੇ ਚੜਨ ਦੀ ਹਿੰਮਤ ਕੀਤੀ ਤੇ ਉਹ ਛੱਤ ਤੇ ਚੜ ਗਿਆ। The dog bit him hard on the leg. ਤੇ ਕੁੱਤੇ ਨੇ ਦੇਖ ਕੇ ਵੀ ਉਹ ਮੇਰੇ ਛੱਤ ਤੇ ਵੀ ਆ ਗਿਆ ਮੇਰਾ ਸਮਾਨ ਚੋਰੀ ਕਰਕੇ, ਉਹਨੇ ਉਹਦੀ ਲੱਤ ਤੇ ਦੰਦੀ ਮਾਰਤੀ। ਐਂਡ ਹੀ ਕ੍ਰਾਈਡ ਇਨ ਪੇਨ। ਤੇ ਬੰਦੇ ਨੂੰ ਬਹੁਤ ਦਰਦ ਹੋਇਆ ਤੇ ਉਹ ਜ਼ੋਰ ਦੀ ਚਿল্ਲਾਇਆ ਦਰਦ ਦੇ ਵਿੱਚ।
The other man gave the dog a blow on the belly with a pole. ਤੇ ਜਿਹੜਾ ਦੂਜਾ ਬੰਦਾ ਸੀ ਉਹ ਆਪਣੇ ਦੋਸਤ ਨੂੰ ਬਚਾਉਣ ਲਈ ਉਹਨੇ ਇੱਕ ਡੰਡਾ ਫੜਿਆ ਤੇ ਕੁੱਤੇ ਨੂੰ ਪੇਟ ਦੇ ਵਿੱਚ ਉਸ ਡੰਡੇ ਨਾਲ ਮਾਰਿਆ। The dog wailed. ਤੇ ਉਹ ਜਿਹੜਾ ਕੁੱਤਾ ਸੀ ਉਹ ਦਰਦ ਵਿੱਚ ਚਿল্ਲਾਉਣ ਲੱਗ ਪਿਆ। ਵੇਲ ਦਾ ਮਤਲਬ ਜ਼ੋਰ ਜ਼ੋਰ ਦੀ, ਜਿਵੇਂ ਕੁੱਤੇ ਦਰਦ ਦੇ ਵਿੱਚ ਚਿল্ਲਾਉਂਦੇ ਨੇ, ਉਹ ਵੀ ਰੋਣ ਲੱਗ ਗਿਆ। The man bitten by the dog was crying in the boat. ਤੇ ਜਿਸ ਆਦਮੀ ਨੂੰ ਕੁੱਤੇ ਨੇ ਕੱਟਿਆ ਸੀ ਉਹ ਕਿਸ਼ਤੀ ਵਿੱਚ ਜਾ ਕੇ ਰੋ ਰਿਹਾ ਸੀ। Keep quiet, the other man said. ਤੇ ਦੂਜਾ ਬੰਦਾ ਕਹਿੰਦਾ ਚੁੱਪ ਹੋ। Both of them left the place. ਤੇ ਦੋਨਾਂ ਨੇ ਉਹ ਥਾਂ ਛੱਡਤੀ ਸਮਾਨ ਚੋਰੀ ਕਰਕੇ। It was quite some time before the dog barked again. ਤੇ ਕਾਫੀ ਦੇਰ ਬਾਅਦ ਕੁੱਤੇ ਨੇ ਫੇਰ ਭੌਂਕਣਾ ਸ਼ੁਰੂ ਕਰਤਾ। ਉਹਨੂੰ ਸੱਟ ਵੱਜੀ ਸੀ ਪਰ ਫੇਰ ਹਿੰਮਤ ਕਰਕੇ ਉਹਨੇ ਭੌਂਕਣਾ ਸ਼ੁਰੂ ਕਰਤਾ। He was in pain. ਉਹ ਦਰਦ ਵਿੱਚ ਸੀ। There was no sound except that of the storm. ਤੇ ਫੇਰ ਇਸ ਤੋਂ ਬਾਅਦ ਤੂਫਾਨ ਤੋਂ ਇਲਾਵਾ ਹੋਰ ਕੋਈ ਆਵਾਜ਼ ਨਹੀਂ ਆ ਰਹੀ ਸੀ। No one heard the growl of the dog. ਤੇ ਉਸ ਤੋਂ ਬਾਅਦ ਕਿਸੇ ਨੇ ਵੀ ਕੁੱਤੇ ਦੀ ਚੀਖ ਨਹੀਂ ਸੁਣੀ। After that, ਜਦੋਂ ਚੀਕਿਆ ਸੀ ਪਿਛਲੀ ਵਾਰ। Rotten corpses floated across the water here and there. ਤੇ ਜਿਹੜੀ ਗਲੀ ਹੋਈ ਲਾਸ਼ਾਂ ਸੀ ਉਹ ਇੱਧਰ ਉੱਧਰ ਤੈਰ ਰਹੀਆਂ ਸੀ ਪਾਣੀ ਦੇ ਵਿੱਚ। Crows were eating them. ਤੇ ਲਾਸ਼ਾਂ ਨੂੰ ਕਾਂ ਜਿਹੜੇ ਸੀ ਉਹ ਖਾ ਰਹੇ ਸੀ। There was no sound at all. ਬਿਲਕੁਲ ਕੋਈ ਆਵਾਜ਼ ਨਹੀਂ ਸੀ। The thieves were having a nice time. ਤੇ ਜਿਹੜੇ ਚੋਰ ਸੀ ਉਹ ਬਹੁਤ ਵਧੀਆ ਟਾਈਮ ਬਿਤਾ ਰਹੇ ਸੀ ਕਿਉਂਕਿ ਉਹਨਾਂ ਨੂੰ ਸਭ ਕੁਝ ਚੋਰੀ ਕਰਨ ਨੂੰ ਮਿਲ ਰਿਹਾ ਸੀ। ਲੋਕ ਤਾਂ ਆਪਣੇ ਘਰ ਛੱਡ ਕੇ ਚਲੇ ਗਏ ਸੀ। After some time, the hut came down and sank. ਤੇ ਕੁਝ ਸਮੇਂ ਬਾਅਦ ਝੌਂਪੜੀ ਜਿਹੜੀ ਹੈ ਉਹ ਪਾਣੀ ਵਿੱਚ ਥੱਲੇ ਆ ਗਈ। Nothing could be seen above the water. ਤੇ ਪਾਣੀ ਦਾ ਲੈਵਲ ਇੰਨਾ ਵੱਧ ਗਿਆ ਸੀ ਕਿ ਉਸ ਤੋਂ ਉੱਤੇ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ, ਸਭ ਡੁੱਬ ਗਿਆ ਸੀ। The loyal dog guarded his master's house till the end. ਤੇ ਵਫਾਦਾਰ ਕੁੱਤੇ ਨੇ ਅੰਤ ਤੱਕ ਆਪਣੀ ਜਾਨ ਤੇ ਖੇਲ ਕੇ ਮਾਲਕ ਦਾ ਘਰ ਬਚਾਇਆ, ਉਹਦੀ ਦੇਖ ਰੇਖ ਕੀਤੀ। Now he too was gone. ਤੇ ਹੁਣ ਉਹ ਵੀ ਚਲਾ ਗਿਆ ਸੀ। ਕਿੱਥੇ ਚਲਾ ਗਿਆ ਦੇਖਦੇ ਹਾਂ। The house stayed above the water until the dog was caught by a crocodile. ਤੇ ਜਿਹੜਾ ਛੱਤ ਸੀ ਉਹ ਓਨੀ ਦੇਰ ਪਾਣੀ ਤੇ ਉੱਤੇ ਰਹੀ ਜਦੋਂ ਤੱਕ ਕਿ ਮਗਰਮੱਛ ਨੇ ਆ ਕੇ ਕੁੱਤੇ ਨੂੰ ਫੜ ਨਹੀਂ ਲਿਆ। It was as if the house did not go down because of him. ਤੇ ਇੱਦਾਂ ਲੱਗ ਰਿਹਾ ਸੀ ਜਿਵੇਂ ਕੁੱਤੇ ਦੇ ਕਰਕੇ ਜਿਹੜਾ ਘਰ ਹੈ ਉਹ ਪਾਣੀ ਵਿੱਚ ਨਹੀਂ ਡੁੱਬ ਰਿਹਾ, ਉਹਨੂੰ ਬਚਾਉਣਾ ਚਾਹੁੰਦਾ। Now the flood water was receding. ਹੁਣ ਹੜ੍ਹ ਦਾ ਪਾਣੀ ਜਿਹੜਾ ਸੀ ਉਹ ਘਟ ਰਿਹਾ ਸੀ। Chena came back. ਤੇ ਜਿਹੜਾ ਚੇਨਾ ਸੀ ਉਹ ਵਾਪਸ ਆਇਆ। Swimming to his hut in search of the dog. ਕਿਉਂ ਵਾਪਸ ਆਇਆ? ਆਪਣੀ ਝੌਂਪੜੀ ਵੱਲ ਤੈਰਦਾ ਹੋਇਆ ਆਪਣੇ ਕੁੱਤੇ ਨੂੰ ਲੱਭਣ ਲਈ। He found the body of the dead dog under a coconut tree. ਤੇ ਉਹਨੇ ਨਾਰੀਅਲ ਦੇ ਦਰਖਤ ਹੇਠਾਂ ਇੱਕ ਮਰੇ ਹੋਏ ਕੁੱਤੇ ਦੀ ਲਾਸ਼ ਦੇਖੀ, ਉਹਨੂੰ ਲਾਸ਼ ਮਿਲੀ। He turned it from side to side with his toe and examined it. ਤੇ ਉਹਨੇ ਉਸ ਲਾਸ਼ ਨੂੰ ਆਪਣੇ ਪੈਰ ਦੇ ਨਾਲ ਇੱਧਰ ਉੱਧਰ ਘੁਮਾਇਆ ਤਾਂ ਕਿ ਉਹ ਪਛਾਣ ਸਕੇ ਵੀ ਇਹ ਮੇਰਾ ਕੁੱਤਾ ਹੈ ਜਾਂ ਨਹੀਂ। He was not sure if it was his dog. ਤੇ ਉਹ ਪਛਾਣ ਨਹੀਂ ਪਾਇਆ ਵੀ ਉਹ ਉਹਦਾ ਹੀ ਕੁੱਤਾ ਹੈ ਕਿ ਨਹੀਂ। One ear was bitten off. ਉਹਦਾ ਇੱਕ ਕੰਨ ਜਿਹੜਾ ਸੀ ਉਹ ਵੱਢਿਆ ਹੋਇਆ ਸੀ। The color had also changed as the body was all rotten. ਤੇ ਉਸਦਾ ਰੰਗ ਵੀ ਬਦਲ ਗਿਆ ਸੀ ਕਿਉਂਕਿ ਉਹਦਾ ਸਾਰਾ ਸਰੀਰ ਜਿਹੜਾ ਸੀ ਉਹ ਪਾਣੀ ਦੇ ਵਿੱਚ ਸੀ ਕਾਫੀ ਦੇਰ ਤੱਕ। ਤੇ ਇਹ ਸੀ ਚੈਪਟਰ ਬਾਰੇ, ਬਹੁਤ ਇਮੋਸ਼ਨਲ ਚੈਪਟਰ ਸੀ। ਪਰ ਜਾਣ ਤੋਂ ਪਹਿਲਾਂ ਆਪਾਂ ਇਹ ਵਰਡਸ ਵੀ ਦੇਖ ਲੈਂਦੇ ਹਾਂ ਵੀ ਕਿਹੜੇ ਹੈਗੇ ਆ, ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਵੀ ਡਿਫਿਕਲਟ ਵਰਡਸ ਨੂੰ ਕਿਵੇਂ ਬੋਲਣਾ ਹੈਗਾ ਤੇ ਇਹਨਾਂ ਦਾ ਕੀ ਮਤਲਬ ਹੁੰਦਾ। ਸਭ ਤੋਂ ਪਹਿਲਾਂ ਹਡਲ, ਇਹਦਾ ਮਤਲਬ ਹੁੰਦਾ ਹੈ ਟੂ ਗੈਟ ਕਲੋਜ਼ ਟੂ ਵਨ ਅਨਦਰ, ਇੱਕ ਦੂਜੇ ਦੇ ਨੇੜੇ ਆ ਜਾਣਾ। ਅੱਗੇ ਹੈ ਐਟਿਕ, ਅ ਸਪੇਸ ਔਰ ਰੂਮ ਅੰਡਰ ਦ ਰੂਫ ਆਫ ਅ ਬਿਲਡਿੰਗ ਹਾਊਸ, ਮਤਲਬ ਘਰ ਦੇ ਜਿਵੇਂ ਆਪਾਂ ਕਹਿ ਸਕਦੇ ਹਾਂ ਛੱਪੜ ਹੋ ਗਿਆ, ਉੱਤੇ ਵੱਲ ਨੂੰ ਜਿਹੜਾ ਕਮਰਾ ਹੁੰਦਾ, ਸਟੋਰ ਹਾਊਸ ਵੀ ਹੁੰਦਾ, ਉਹਨੂੰ ਆਪਾਂ ਐਟਿਕ ਕਹੀਦਾ। ਅੱਗੇ ਫਾਊਲਸ, ਬਰਡਸ, ਐਗਜ਼ਾਮਪਲ ਹੈਨਸ ਕੈਪਟ ਔਨ ਅ ਫਾਰਮ, ਜਿਹੜੀ ਮੁਰਗੀਆਂ ਆਪਾਂ ਰੱਖਦੇ ਹਾਂ ਉਹਨੂੰ ਫਾਊਲਸ ਕਹੀਦਾ।
ब्रेविंग यानी हिम्मत दिखाना, बहादुरी दिखाना, शोइंग करेज, फेसिंग, सामना करना। रिसीड यानी ਪਿੱਛੇ ਵੱਲ ਨੂੰ ਜਾਣਾ, ਬਿਕਮ ਲੈਸ ਜਾਂ ਕਮ ਡਾਊਨ, ਜਿਵੇਂ ਪਾਣੀ ਦਾ ਲੈਵਲ ਰਿਸੀਡ ਕਰ ਰਿਹਾ ਸੀ। ਐਟ ਦ ਮਰਸੀ ਆਫ, ਕਿਸੇ ਦੀ ਦਇਆ 'ਤੇ, ਹੈਲਪਲੈਸ ਮਹਿਸੂਸ ਕਰਨਾ, ਠੀਕ ਹੈ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਐਟ ਦ ਕਾਈਂਡਨੈਸ ਆਫ, ਜਦ ਤੁਸੀਂ ਹੋਮਵਰਕ ਨਹੀਂ ਕਰਦੇ ਤਾਂ ਤੁਸੀਂ ਮਰਸੀ ਆਫ 'ਤੇ ਹੁੰਦੇ ਹੋ, ਕਿਹਦੀ? ਟੀਚਰ ਦੀ। ਪ੍ਰੈਗਨੈਂਟ ਗਰਭਵਤੀ, ਗੋਇੰਗ ਟੂ ਹੈਵ ਅ ਬੇਬੀ, ਜਿਹਦਾ ਬੱਚਾ ਹੋਣ ਵਾਲਾ ਹੋਏ। ਸਬਮਰਜ ਡੁੱਬਿਆ ਹੋਇਆ, ਵੈਂਟ ਅੰਡਰ ਵਾਟਰ। ਥੈਚਡ ਰੂਫ, ਜਿਹੜੀ ਛੱਤ ਹੁੰਦੀ ਹੈ ਆਪਣਾ ਘਾਹ ਦੀ ਬਣੀ ਹੋਈ। ਰੂਫ ਮੇਡ ਆਫ ਡਰਾਈਡ ਗ੍ਰਾਸ, ਸੁੱਕੇ ਘਾਹ ਦੀ। ਅੱਗੇ ਕੈਟਾਮਰਾਨ, ਇੱਕ ਤੇਜ਼ ਚੱਲਦੀ ਹੋਈ ਜਿਹੜੀ ਕਿਸ਼ਤੀ ਹੁੰਦੀ ਹੈ, ਫਾਸਟ ਸੇਲਿੰਗ ਬੋਟ। ਸਨਿਫਿੰਗ, ਜੋ ਕੁੱਤਾ ਕਰਦਾ, ਸੁੰਘਦਾ, ਸਮੈਲਿੰਗ। ਹਾਊਲਿੰਗ, ਕਰਾਈਂਗ ਲਾਊਡਲੀ, ਜ਼ੋਰ ਜ਼ੋਰ ਦੇ ਰੋਣਾ। ਚੈਂਟਿੰਗ, ਗਾਣਾ, ਸਿੰਗਿੰਗ। ਅੱਗੇ ਗਰੋਨਿੰਗ, ਮੇਕਿੰਗ ਸਾਊਂਡ ਇਨ ਪੇਨ ਜਾਂ ਕਰਾਈਂਗ, ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਦਰਦ ਵਿੱਚ ਚਿল্ਲਾਣਾ। ਅਮੇਜ਼ਡ, ਹੈਰਾਨ ਹੋ ਜਾਣਾ, ਵੈਰੀ ਸਰਪ੍ਰਾਈਜ਼ਡ। ਸਟੇਰਡ, ਮੂਵਡ, ਜਿਵੇਂ ਆਪਾਂ ਸਟੇਰਡ ਐਵੇਂ ਵੀ ਕਹੀਦਾ ਪਾਣੀ ਦੇ ਵਿੱਚ ਕੁਝ ਘੋਲਣਾ, ਬਟ ਉਹਦੇ ਵਿੱਚ ਵੀ ਕੁਝ ਹਿਲਦਾ। ਡ੍ਰਿਜ਼ਲਿੰਗ, ਬਾਰਿਸ਼ ਹੋਣਾ। ਰੇਨਿੰਗ ਇਨ ਸਮॉल ਡ੍ਰੌਪਸ ਜਾਂ ਰੇਨਿੰਗ ਲਾਈਟਲੀ, ਹਲਕੀ ਫੁਲਕੀ ਬਾਰਿਸ਼ ਹੋਣਾ। ਵੈਗਿੰਗ, ਜਿਵੇਂ ਕੁੱਤਾ ਆਪਣੀ ਪੂੰਛ ਹਿਲਾਉਂਦਾ, ਉਹਨੂੰ ਆਪਾਂ ਕਹਿੰਦੇ ਹਾਂ ਵੈਗਿੰਗ ਹਿਜ਼ ਟੇਲ। ਮੂਵਿੰਗ ਜਾਂ ਸ਼ੇਕਿੰਗ, ਹਿਲਾਣਾ। ਰੋਡ ਆਫ, ਮੂਵ ਦ ਬੋਟ ਅਵੇ, ਯਾਨੀ ਕਿ ਕਿਸ਼ਤੀ ਨੂੰ ਅੱਗਾਂ ਵੱਲ ਨੂੰ ਲੈ ਜਾਣਾ। ਕਾਰਕਸ, ਇਹ ਹੁੰਦੀ ਹੈ ਡੈਡ ਬੋਡੀ ਆਫ ਐਨ ਐਨੀਮਲ, ਜਾਨਵਰਾਂ ਦੀ ਡੈਡ ਬੋਡੀ। ਗਰਾਊਲਿੰਗ, ਮੇਕਿੰਗ ਲੋ ਨੋਇਸ ਇਨ ਦ ਥਰੋਟ ਟੂ ਸ਼ੋ ਐਂਗਰ, ਜਿਵੇਂ ਆਪਾਂ ਗਲੇ ਵਿੱਚ ਆਵਾਜ਼ ਕੱਢਦੇ ਹਾਂ ਨਾ ਹਲਕੀ ਦੇਣੀ, ਤਾਂ ਕਿ ਆਪਣਾ ਗੁੱਸਾ ਦਿਖਾ ਸਕੀਏ, ਕੁੱਤਾ ਵੀ ਉਹੀ ਕਰ ਰਿਹਾ ਸੀ। ਮੋਨਡ, ਯਾਨੀ ਕਿ ਹਲਕੀ ਆਵਾਜ਼ ਕੱਢਣਾ, ਜਿਵੇਂ ਆਪਾਂ ਦਰਦ ਦੇ ਵਿੱਚ ਹੁੰਦੇ ਹਾਂ, ਕੁੱਤਾ ਆਵਾਜ਼ ਨਹੀਂ ਕਰਦਾ, ਉਹ ਹੁੰਦਾ ਮੋਨਡ। ਵੇਲਡ, ਕਰਾਈਡ ਲਾਊਡਲੀ ਇਨ ਪੇਨ, ਯਾਨੀ ਕਿ ਜ਼ੋਰ ਜ਼ੋਰ ਦੀ ਦਰਦ ਦੇ ਵਿੱਚ ਰੋਣਾ। ਲੈਫਟ, ਜੰਪ ਕਰਨਾ, ਛਾਲ ਮਾਰਨਾ। ਬੈਲੀ, ਉਹ ਹੁੰਦਾ ਪੇਟ, ਸਟਮਕ। ਰੋਟਨ, ਗਲਿਆ ਹੋਇਆ, ਡਿਕੇਡ, ਸਪੋਇਲਡ। ਤੇ ਇਹ ਸੀ ਅੱਜ ਦਾ ਚੈਪਟਰ। ਹੁਣ ਆਪਾਂ ਕੁਐਸਚਨ ਆਨਸਰ ਡਿਸਕਸ ਕਰਾਂਗੇ ਇਸ ਚੈਪਟਰ ਦੇ। ਪਰ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ।